Hello everyone, here is the next vocabulary lesson. ਅੱਜ ਤੁਸੀਂ ਜਿਹੜੇ ਵਰਡ ਸਿੱਖੋਗੇ ਉਹ ਗਦਰ ਮੂਵਮੈਂਟ ਦੇ ਕੰਟੈਕਸਟ ਦੇ ਵਿੱਚ ਸਿੱਖੋਗੇ। ਠੀਕ ਹੈ, ਇਟ ਮੀਨਸ ਅੱਜ ਦਾ ਟੌਪਿਕ ਕੀ ਹੈਗਾ ਆ, ਗਦਰ ਮੂਵਮੈਂਟ। ਐਂਡ ਹੇਅਰ ਇਜ਼ ਦ ਲਿਸਟ। ਬਾਈ ਦ ਐਂਡ ਆਫ ਦਿਸ ਵੀਡੀਓ ਤੁਹਾਨੂੰ ਇਹਨਾਂ ਸਾਰੇ ਵਰਡਸ ਦੇ ਮੀਨਿੰਗ, synonyms, antonyms clear ਹੋ ਜਾਣਗੇ। Without wasting any time, let's start. The Ghadar movement emerged in the early 20th century. Early 20th century ਦੇ ਵਿੱਚ emerge ਹੋਣ ਵਾਲੀ ਇੱਕ movement ਸੀਗੀ, means 1900 ਵਾਲੇ early years, as a formidable and audacious revolutionary movement. Formidable means very powerful, strong. Audacious means bold, brave, fearless. So इस तरह की एक revolutionary movement सीगी। launch किने कीती सी, launched by expatriate Indians। Indians सीगे केड़े? expatriate। expatriate means person living outside homeland। इस तरह के लोग जोड़े अपने homeland ते नहीं रह रहे, means अपने देश नहीं रह रहे, किसी foreign countries रह रहे हैं। तो इंडियंस किहड़े ਜਿਹੜੇ ਫੋਰਨ ਕੰਟਰੀਜ਼ ਦੇ ਵਿੱਚ ਸੀਗੇ, ਉਹਨਾਂ ਵਿੱਚ ਵੀ ਪਾਰਟਿਕੂਲਰਲੀ ਪੰਜਾਬੀ ਮਾਈਗ੍ਰੈਂਟਸ। ਪੰਜਾਬੀ ਮਾਈਗ੍ਰੈਂਟ ਮੀਨਸ ਇੱਕ ਦੇਸ਼ ਤੋਂ ਦੂਸਰੇ ਦੇਸ਼ 'ਚ ਜਾਣ ਵਾਲੇ। ਪੰਜਾਬੀ ਮਾਈਗ੍ਰੈਂਟਸ ਸੈਟਲਡ ਇਨ ਕੈਨੇਡਾ ਐਂਡ ਦ ਯੂਨਾਈਟਿਡ ਸਟੇਟਸ। ਸੋ ਕੈਨੇਡਾ ਤੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਸੀਗੇ, ਇੰਡੀਅਨਸ ਸੀਗੇ ਜਿਹੜੇ, ਉਹਨਾਂ ਨੇ ਇਹ ਲਾਂਚ ਕੀਤੀ ਸੀ ਕਿਹੜੀ ਮੂਵਮੈਂਟ? ਗਦਰ ਮੂਵਮੈਂਟ। Many of these immigrants were farmers। ਇਹਨਾਂ ਵਿੱਚ ਬਹੁਤ ਸਾਰੇ ਫਾਰਮਰ ਸੀਗੇ, ਐਕਸ ਸੋਲਜਰ ਸੀਗੇ, ਆਰਟੀਜ਼ਨ ਸੀਗੇ, ਸਟੂਡੈਂਟ ਸੀ, who traveled abroad, ਜਿਹੜੇ ਫੋਰਨ ਗਏ ਸੀਗੇ। ਕਿਉਂ ਗਏ ਸੀ? in pursuit of a more dignified life। ਦੇਖੋ, pursuit ਦਾ ਮਤਲਬ ਹੁੰਦਾ ਆ act of trying to achieve। act of trying to achieve means ਕੁਛ ਹਾਸਿਲ ਕਰਨ ਦੀ ਟਰਾਈ ਕਰਨਾ is pursuit। ਇੱਥੇ ਕੀ ਹਾਸਿਲ ਕਰਨਾ? ਡਿਗਨੀਫਾਈਡ ਲਾਈਫ, ਇੱਕ ਰਿਸਪੈਕਟੇਬਲ ਲਾਈਫ। ਉਹਦੀ ਹੋਪ ਦੇ ਵਿੱਚ, ਉਹਦੀ ਉਮੀਦ ਦੇ ਵਿੱਚ ਇਹ ਲੋਕ ਜਿਹੜੇ ਆ ਉਹ ਟਰੈਵਲ ਕਰਦੇ ਆ ਔਰ ਜਾਂਦੇ ਆ ਕਿੱਥੇ? ਫੋਰਨ ਕੰਟਰੀਜ਼ ਦੇ ਵਿੱਚ। ਹਾਊਐਵਰ ਇੰਸਟੈਡ ਆਫ ਇਕੁਐਲਿਟੀ ਐਂਡ ਓਪਰਚੁਨਿਟੀ, ਜਦ ਕਿ ਹੁੰਦਾ ਕੀ ਆ, ਬਜਾਏ ਇਕੁਐਲਿਟੀ ਔਰ ਓਪਰਚੁਨਿਟੀ ਦੇ ਐਨਕਾਊਂਟਰਡ ਅ ਡੀਪਲੀ, ਕਿਸ ਚੀਜ਼ ਐਨਕਾਊਂਟਰ? ਪਿਛਲੀ ਵੀਡੀਓ 'ਚ ਵਰਡ ਕੀਤਾ ਸੀ ਨਾ, ਸਾਹਮਣਾ ਕਰਨਾ। तो they encountered a deeply, बहुत ज़्यादा hostile, prejudiced and invidious atmosphere। So किस तरह का atmosphere दा वो सामना करते हैं? hostile, hostility word पहले कीता सी, which is noun। this is hostile means इत्थे hostile as adjective use हो रहा है और इहदा meaning है unfriendly। तो atmosphere किहड़ा सी? unfriendly, prejudiced, biased, जिहदे विच ਇੱਕ ਦੂਸਰੇ ਨਾਲ ਨਾ ਇੱਕ ਖਾਸ ਤਰ੍ਹਾਂ ਦੇ ਲੋਕਾਂ ਨਾਲ ਵਿਤਕਰਾ ਕੀਤਾ ਜਾਂਦਾ ਆ, ਭੇਦਭਾਵ ਕੀਤਾ ਜਾਂਦਾ, ਉਹਨੂੰ ਪ੍ਰੈਜੁਡਿਸਡ ਕਹਿੰਦੇ ਆ। ਔਰ ਇਨਵੀਡੀਅਸ ਦਾ ਵੀ ਮਤਲਬ ਸਮਥਿੰਗ ਕੁਛ ਇਸੇ ਤਰ੍ਹਾਂ ਦਾ ਹੀ ਹੈ, ਰਾਈਟ। ਇਨਵੀਡੀਅਸ ਮੀਨਸ ਅਨਫੇਅਰ ਟਰੀਟਮੈਂਟ, ਅਨਫੇਅਰਲੀ ਡਿਸਕ੍ਰਿਮੀਨੇਟ ਕਰਨਾ ਕਿਸੇ ਨੂੰ, ਉਹਨੂੰ ਆਪਾਂ ਇਨਵੀਡੀਅਸ ਕਹਿੰਦੇ ਆ। ਤਾਂ ਇਟ ਮੀਨਸ ਇੰਸਟੈਡ ਆਫ ਇਕੁਅਲ ਓਪਰਚੁਨਿਟੀਜ਼ ਦੇ, ਇਕੁਐਲਿਟੀ ਜਾਂ ਓਪਰਚੁਨਿਟੀ ਦੇ, ਜਿਹੜੇ ਲੋਕ ਇੱਥੋਂ ਜਾ ਰਹੇ ਸੀ ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ 'ਚ, ਉਹਨਾਂ ਨੂੰ ਸਾਹਮਣਾ ਕਿਸ ਚੀਜ਼ ਦਾ ਕਰਨਾ ਪੈ ਰਿਹਾ ਸੀ? ਹਸਟਿਲਿਟੀ ਦਾ, ਅਨਫਰੈਂਡਲੀਨੈਸ, ਰੂਡ ਬਿਹੇਵੀਅਰ, ਪ੍ਰੈਜੁਡਿਸਡ, ਡਿਸਕ੍ਰਿਮੀਨੇਸ਼ਨ, ਇਨਵੀਡੀਅਸ। ਪ੍ਰੈਜੁਡਿਸਡ, ਇਨਵੀਡੀਅਸ ਕਾਫੀ ਸਿਮਿਲਰ ਵਰਡਸ ਹੈਗੇ ਆ ਵੈਸੇ। ਇਸ ਤਰ੍ਹਾਂ ਦਾ ਐਟਮੋਸਫੀਅਰ ਸੀਗਾ। ਹੁਣ ਇਹਨਾਂ ਹਾਲਾਤਾਂ ਦੇ ਹੋਰ ਫੀਚਰਸ ਕੀ ਸੀ? ਮਾਰਕਡ ਬਾਏ ਮੀਨਸ ਬਹੁਤ ਹੀ ਇੰਪੋਰਟੈਂਟ ਜੋ ਫੀਚਰ ਸੀ ਉਹ ਇਹ ਸੀ, ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੁੰਦੀ ਸੀ ਉੱਥੇ। ਮੀਨਸ ਨਸਲ ਦੇ ਆਧਾਰ 'ਤੇ ਭੇਦਭਾਵ ਹੁੰਦਾ ਸੀ। ਡਿਸਕ੍ਰਿਮੀਨੇਸ਼ਨ ਦਾ ਮਤਲਬ ਹੁੰਦਾ ਨਾ ਬਾਇਸਨੈਸ, ਕਿਸੇ ਨਾਲ ਵਿਤਕਰਾ ਕਰਨਾ, ਭੇਦਭਾਵ ਕਰਨਾ। ਐਂਡ ਸਟ੍ਰਿੰਜੈਂਟ ਮੀਨਸ ਸਟ੍ਰਿਕਟ, ਬੜੇ ਹਾਰਸ਼ ਇਮੀਗ੍ਰੇਸ਼ਨ ਲਾਜ਼। ਦੇਖੋ ਐਟ ਦੈਟ ਟਾਈਮ ਇਮੀਗ੍ਰੇਸ਼ਨ ਲਾਜ਼ ਸਭ ਦੇ ਲਈ ਸੇਮ ਨਹੀਂ ਸੀ ਹੁੰਦੇ। ਜਿਹੜੇ ਲੋਕ ਬ੍ਰਿਟਿਸ਼ ਕੋਲੋਨੀਜ਼ ਤੋਂ ਜਾਂਦੇ ਸੀ, ਮੀਨਸ ਜਿਸ ਤਰ੍ਹਾਂ ਇੰਡੀਆ ਸੀਗਾ ਐਟ ਦੈਟ ਟਾਈਮ ਬ੍ਰਿਟਿਸ਼ ਗਵਰਨਮੈਂਟ ਦਾ ਗੁਲਾਮ ਸੀਗਾ, तो ਇੱਥੇ ਦੇ ਜਿਹੜੇ ਸਿਟੀਜ਼ਨ ਜਾਂਦੇ ਸੀਗੇ ਉਹਨਾਂ ਨੂੰ ਬੜੇ ਸਖਤ ਇਮੀਗ੍ਰੇਸ਼ਨ ਲਾਜ਼ ਦਾ ਸਾਹਮਣਾ ਕਰਨਾ ਪੈਂਦਾ ਸੀ। ਦਿਸ ਡਿਸਕ੍ਰਿਮੀਨੇਟਰੀ ਟਰੀਟਮੈਂਟ, ਇਹ ਹੁਣ ਜਿਹੜੀ ਭੇਦਭਾਵ ਵਾਲੀ ਟਰੀਟਮੈਂਟ ਸੀਗੀ,
डिस्क्रिमिनेटरी मीनस अनफेयरली किसी को ट्रीट करना। इस ट्रीटमेंट ने जनरेटेड की जनरेट किया वाइड स्प्रैड इंडिग्नेशन। इंडिग्नेशन मीन होंदा आ एंगर एट इनजस्टिस। इनजस्टिस करके जो किसी को गुस्सा आता है ना, आउटरेज एंगर, उन्होंने असीं कहने आ इंडिग्नेशन। एंड रिसेंटमेंट, रिसेंटमेंट भी गुस्सा होंदा, बिटर एंगर आपां कहने आ रिसेंटमेंट नूं। सो रिसेंटमेंट अमंग इंडियन ओवरसीज़, किहड़े इंडियन जिहड़े ओवरसीज़ मीनस फॉरन च रह रहे सीगे। हुण देखो ਜਦੋਂ ਫੋਰਨ ਜਾਂਦੇ ਸੀ ਇਕੁਐਲਿਟੀ ਓਪਰਚੁਨਿਟੀ ਦੀ ਬਜਾਏ ਇਹਨਾਂ ਨੂੰ ਹੌਸਟੈਲਿਟੀ, ਪ੍ਰੈਜੁਡਿਸਡ, ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਸੀ। ਸਟ੍ਰਿੰਜੈਂਟ ਇਮੀਗ੍ਰੇਸ਼ਨ ਲਾਜ਼ ਹੁੰਦੇ ਸੀ, ਔਰ ਇਹ ਸਾਰੀ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਨਾ, ਇਹਨਾਂ ਦੇ ਮਨ 'ਚ ਗੁੱਸਾ ਪੈਦਾ ਕਰਦੇ ਸੀ। ਓਬਵੀਅਸਲੀ ਜਦੋਂ ਕਿਸੇ ਨੂੰ ਡਿਸਕ੍ਰਿਮੀਨੇਟ ਕੀਤਾ ਜਾਏਗਾ ਇਨਜਸਟਿਫੇਬਲ ਵੇ ਦੇ ਨਾਲ, ਜਦੋਂ ਕਿਸੇ ਨੂੰ ਡਿਸਕ੍ਰਿਮੀਨੇਟ ਕੀਤਾ ਜਾਏਗਾ ਤਾਂ ਅਗਲੇ ਦਾ ਕੀ ਕਿਹੋ ਜਿਹੇ ਫੀਲਿੰਗਸ ਹੋਣਗੀਆਂ? ਇੰਡੀਗਨੇਸ਼ਨ ਐਂਡ ਰਿਸੈਂਟਮੈਂਟ मीनस ਬਿਟਰ ਐਂਗਰ ਹੋਏਗਾ ਇਹਨਾਂ 'ਚ। ਕਿਹਨਾਂ ਦੇ ਵਿੱਚ ਇਹ ਸੀ? ਇੰਡੀਅਨ ਓਵਰਸੀਜ਼ ਦੇ ਵਿੱਚ। ਗ੍ਰੈਜੂਅਲੀ ਟਰਾਂਸਫਾਰਮਿੰਗ, ਗ੍ਰੈਜੂਅਲੀ ਮੀਨਸ ਹੌਲੀ ਹੌਲੀ ਇਹਨੇ ਟਰਾਂਸਫਾਰਮ ਕਰਤਾ। ਕੀ ਟਰਾਂਸਫਾਰਮ ਕਰ ਦਿੱਤਾ ਔਰ ਕਾਹਦੇ ਵਿੱਚ ਟਰਾਂਸਫਾਰਮ ਕਰ ਦਿੱਤਾ? ਇਕਨੋਮਿਕ ਮਾਈਗਰੈਂਟਸ ਨੂੰ ਟਰਾਂਸਫਾਰਮ ਕੀਤਾ। ਹੁਣ ਦੇਖੋ ਜਿਹੜੇ ਲੋਕ ਇੱਥੋਂ ਗਏ ਸੀ ਉਹ ਕਿਉਂ ਗਏ ਸੀ? ਇਨ ਪਰਸਿਊਟ ਆਫ ਬੈਟਰ ਲਾਈਫ, ਇਨ ਪਰਸਿਊਟ ਆਫ ਡਿਗਨੀਫਾਈਡ ਲਾਈਫ, ਮੀਨਸ ਉਹ ਤਾਂ ਪੈਸਾ ਕਮਾਉਣ ਗਏ ਸੀ, ਇਕਨੋਮਿਕ ਮਾਈਗਰੈਂਟ ਸੀਗੇ। ਹੁਣ ਇਹਨਾਂ ਇਕਨੋਮਿਕ ਮਾਈਗਰੈਂਟਸ ਨੂੰ ਟਰਾਂਸਫਾਰਮ ਕਰ ਦਿੱਤਾ। ਕਾਹਦੇ ਵਿੱਚ ਟਰਾਂਸਫਾਰਮ ਕਰ ਦਿੱਤਾ? into politically conscious revolutionaries। politically conscious मतलब जिस टाइम तक जा रहे सी उन्होंने ये कि असीं अपने बैटर लाइफ के लिए पैसा होर कमाना आ, पर जदों जाके उत्थे हॉस्टिलिटी, प्रेजुडिस, ये सब कुछ उन्होंने मिलता सीगा, अनफेयर ट्रीटमेंट मिलती सी, तो वो अवेयर हुंदे सी इस प्रति कि साडे देश के पोलिटिकल हालात की हैगे आ। तो पोलिटिकली कॉन्शियस होंगे सी, तो फिर रेवोल्यूशनरी डिटरमिंड, रेवोल्यूशनरी डिटरमिंड होंगे आ। देखो रेवोल्यूशनरी मतलब, रेवोल्यूशनरी द वर्ड ना एक बहुत ही वाइड इहदा मीनिंग बनता है रेवोल्यूशनरी का। कुछ इत्थे आपां इहनूं ये कह सकते हैं कि जिहड़े लोग ना चेंज चाहुंदे आ, अपने हालात आ अनफेयर हालात आ, दे आर नॉट गोइंग टू सिट साइलेंट, दे विल रजिस्ट, दे विल ट्राई टू चेंज। इदां दे लोग हुंदे आ रेवोल्यूशनरी। तो पोलिटिकली कॉन्शियस मीनस अपने देश के पोलिटिकल हालातां प्रति अवेयर होए, रेवोल्यूशनरी डिटरमिंड होए। और काहदे लई डिटरमिंड होए? डिटरमिंड होना मीनस किसी चीज़ का एम सैट कर लेना। काहदे लई डिटरमिंड होए हो? टू सिक्योर इंडियाज़ इमैंसिपेशन फ्रॉम ब्रिटिश कोलोनीअल रूल। देखो कॉन्टैक्स दे विच वर्ड्स नूं पढ़न दा तुसीं हुणे एक तरीका देख सकते हैं। हजे मैं तुहानूं इमैंसिपेशन का मीनिंग नहीं दस्सिया। अगर तुहानूं इहदा मीनिंग पहलां नहीं पता तो जिन्ना आपां उपर पैराग्राफ पढ़िया है हाउएवर तो शुरू करके तुसीं थोड़ा थोड़ा आइडिया जरूर लगा सकते हैं, अगर लिटरली ट्रांसलेट नहीं भी कर सकते तो ठीक है। एंड आई लेट यू मेक अ गैस अबाउट दिस। आई होप तुसीं ट्राई कीता है, ठीक है। ओके, सो इफ यू हैव ऑलरेडी मेड योर गैस, नाउ लेट मी टेल यू इमैंसिपेशन का मतलब की होंदा। इमैंसिपेशन का मतलब होंदा आ फ्रीडम, ठीक है। जो तुसीं यही गैस कीता सी, सो यू आर राइट। इंडियाज़ इमैंसिपेशन, किहदे तो इमैंसिपेशन? फ्रॉम ब्रिटिश कोलोनीअल रूल, राइट। एक बार देखो किहड़े-किहड़े वर्ड्स आपां सिखे थे? हॉस्टाइल, अनफ्रेंडली, प्रेजुडाइज्ड, बायस्ड ट्रीटमेंट या बायस्ड डिस्क्रिमिनेशन, इनवीडियस ऑल्सो सिमिलर मीनिंग। डिस्क्रिमिनेशन इदां दी जिहड़ी ना बिल्कुल भी जस्टिफाई नहीं की जा सकती। स्ट्रिंजेंट, स्ट्रिक्ट, डिस्क्रिमिनेटरी, अनफेयर ट्रीटमेंट, इंडिग्नेशन, एंगर एट इनजस्टिस, रिसेंटमेंट इज ऑल्सो एंगर बट बिटर एंगर, इमैंसिपेशन फ्रीडम फ्रॉम कंट्रोल, राइट। नेक्स्ट देखते हैं की है। टू ऑर्गेनाइज नैशनलिस्ट एक्टिविटीज़ अब्रॉड। हुण अब्रॉड दे विच मीनस फॉरन दी कंट्रीज़ दे विच नैशनल एक्टिविटीज़ नू ऑर्गेनाइज करन दे लई द हिंदुस्तानी एसोसीएशन ऑफ पैसिफिक कोस्ट वॉज एस्टैबलिश्ड। एक एसोसीएशन बनाई गई जिहदा नेम सी हिंदुस्तानी एसोसीएशन ऑफ द पैसिफिक कोस्ट,
हिंदुस्तानी एसोसीएशन ऑफ द पैसिफिक कोस्ट वॉज एस्टैबलिश्ड कदों एस्टैबलिश हुई है 1912 ਦੇ ਵਿੱਚ अर्ली 20th सेंचुरी की गल कर रहे हैं ना आप तो 1912 इज दैट ईयर ये एसोसीएशन किहदी लीडरशिप के अंडर बनी बाबा सोहन सिंह पकना बहुत ही फेमस एक फ्रीडम फाइटर होए आ आई गेस तुसीं पहलां भी इन्हां दा नाम सुनिया होएगा सारे नाम तुसीं शायद पहलां सुने ही होणगे विद लाला हरदयाल सर्विंग एज जनरल सैक्रटरी इस एसोसीएशन के लीडर सीगे बाबा सोहन सिंह पकना और जनरल सैक्रटरी सीगे लाला हरदयाल जॉइंट सैक्रटरी सी लाला ठाकुरदास धूरी पंडित कांशीराम एज ट्रेजरर The organization later became popularly known as the Ghadar Party. हुण यही जिहड़ी ऑर्गेनाइजेशन है ना लेटर किस नेम नाल पॉपुलर हुई गदर पार्टी ठीक है इस एसोसीएशन की एक मीटिंग हुई इट्स ऑफिशियल हुण गदर पार्टी की ऑफिशियल फाउंडेशन किदां हुई एक मीटिंग हुई 15 जुलाई 1913 ठीक है इट मीनस ऑफिशियल फाउंडेशन इज एसोसीएटेड के दी ऑफिशियल फाउंडेशन गदर पार्टी दी एसोसीएटेड विद अ मीटिंग एक मीटिंग हुई सी हेल्ड ऑन 15 जुलाई 1913 एट एस्टोरिया इन ऑरेगन एस्टोरिया इज अ सिटी इन द स्टेट ऑफ ऑरेगन ऑफ यूएसए सून आफ्टरवर्ड्स इस तो जल्दी बाद revolutionaries established the famous गदर आश्रम इन्होंने एक अपना कह लो ऑफिस बनाया दफ्तर बनाया एक ठिकाना बनाया जिहदा नाम सी गदर आश्रम कित्थे सी ये सैन फ्रांसिस्को दे विच अमेरिका दे सैन फ्रांसिस्को विच विच इमर्जड एज अ पोटेंट सेंटर सी पोटेंट का मतलब हुंदा आ पावरफुल सो जिहदे स्ट्रेंथ होवे इहो जिहा एक पोटेंट सेंटर ऑफ एंटायर कोलोनियल एक्टिविटीज़ कोलोनियल गवर्नमेंट सीगी ना ब्रिटिश गवर्नमेंट ਉਹਦੇ खिलाफ सो कोलोनियल गवर्नमेंट के खिलाफ एक्टिविटीज़ का एक सेंटर बन गया गदर आश्रम द पार्टी ऑल्सो लॉन्च्ड इट्स रेवोल्यूशनरी न्यूज़पेपर ਇਹਦਾ एक बड़ा क्रांतिकारी न्यूज़पेपर सीगा गदर कदों लॉन्च होया ये 1 नवंबर 1913 गदर पार्टी ने लॉन्च किया अपना एक न्यूज़पेपर देखो एट दैट टाइम न्यूज़पेपर वॉज अ वेरी क्रूशल टूल ऑफ कम्युनिकेशन या फिर कहिए कि अगर किसी ने कोई इन्फॉर्मेशन नूं फैलाना हुंदा सी तां न्यूज़पेपर एक इंपॉर्टेंट टूल सीगा एट दैट टाइम इनिशियली पब्लिश्ड इन इंग्लिश शुरू से इंग्लिश पब्लिश होया एंड लेटर इन उर्दू पंजाबी हिंदी एंड सैवरल अदर लैंग्वेजेस पेपर कैरिड द प्रोवोकेटिव कैप्शन प्रोवोकेटिव दा मीनिंग हुंदा आ समथिंग दैट कॉज स्ट्रोंग रिएक्शन एक तरीके नाल ना इंस्टिगेट करन वाला प्रोवोक करन वाला कैप्शन की सी अंग्रेजी राज के दुश्मन मीनस गदर पार्टी दे जिहड़े लोग सी ना रेवोल्यूशनरी सीगे वो अपने आप को एसोसीएट करते सी एज अ अंग्रेजी राज के दुश्मन ऑबवियसली बिकॉज अंग्रेजी राज ही उन्हां लई बड़ा ही डिस्क्रिमिनेटरी ट्रीटमेंट का रीजन सीगा एंड बिकेम अ क्लैंडस्टीन इंस्ट्रूमेंट हुण देखो क्लैंडस्टीन का मतलब हुंदा है सीक्रेट एक सीक्रेट टूल एक सीक्रेट इंस्ट्रूमेंट फॉर व्हाट फॉर डिसैमिनेटिंग मीनस स्प्रैडिंग वाइडली किसी चीज़ नूं वाइडली स्प्रैड करना उन्होंने आपां कहने आ डिसैमिनेट करना सो इन्होंने एक क्लैंडस्टीन इंस्ट्रूमेंट सीगा इन्हां दा न्यूज़पेपर काहदे लई वाइडली स्प्रैड करन लई की स्प्रैड करना सी रेवोल्यूशनरी प्रोपेगेंडा अमंग इंडियंस अक्रॉस द वर्ल्ड रेवोल्यूशनरी प्रोपेगेंडा देखो कॉन्टैक्स विच ना इसे करके आप पढ़ते हैं क्योंकि आपको मतलब एग्जैक्ट समझ आते हैं अदरवाइज तुसीं लिटरल मीनिंग देखोगे ना प्रोपेगेंडा का तो यदा मतलब हुंदा है बायस्ड इनफॉर्मेशन हुण इत्थे बायस्ड इनफॉर्मेशन रेवोल्यूशनरी बायस्ड क्यों सी मीनस देखो अंग्रेज़ जिहड़े न्यूज़पेपर्स नूं फेवर करते सीगे या जिहड़े न्यूज़पेपर या जिहड़ा लिटरेचर अंग्रेज़ां दी मर्जी दे नाल सर्कुलेट हुंदा सीगा
ਉਹ ਕਿਹਨੂੰ ਫੇਵਰ ਕਰੇਗਾ? ਆਬਵੀਅਸਲੀ ਬ੍ਰਿਟਿਸ਼ ਨੂੰ ਐਜ਼ ਅ ਹੀਰੋ ਪੋਜ਼ ਕਰੇਗਾ ਉਹ, ਹੈ ਨਾ। ਪਰ ਰੈਵੋਲੂਸ਼ਨਰੀਜ਼ ਨੂੰ ਕੋਈ ਇੱਦਾਂ ਦਾ ਮੀਡੀਅਮ ਚਾਹੀਦਾ ਸੀ ਜਿਹੜਾ ਉਹ ਆਪਣੇ ਸਾਈਡ ਦਾ ਸਟੋਰੀ ਵੀ ਦੱਸ ਸਕਣ। ਕਿਹਨਾਂ ਨੂੰ? ਇੰਡੀਅਨਸ ਨੂੰ, ਅਕ੍ਰੋਸ ਦ ਵਰਲਡ। ਤਾਂ ਇੰਡੀਅਨਸ ਨੂੰ ਦੱਸਣੀ ਕਿਉਂ? ਬਿਕੋਜ਼ they want to make them aware about the situation of their own country। ਕਿਉਂਕਿ ਸਾਰੇ ਲੋਕ ਜਿਹੜੇ ਰੈਵੋਲੂਸ਼ਨਰੀ ਸੀਗੇ ਉਹ ਤਾਂ ਠੀਕ ਹੈ, ਉਹਨਾਂ ਨੂੰ ਪਤਾ ਸੀ, ਪੋਲੀਟੀਕਲੀ ਅਵੇਅਰ ਸੀਗੇ ਉਹ, ਪਰ ਸਾਰੇ ਲੋਕ ਨਹੀਂ ਸੀ। ਜਿਹੜੇ ਲੋਕ ਨਹੀਂ ਸੀਗੇ ਪੋਲੀਟੀਕਲੀ ਅਵੇਅਰ, ਉਹਨਾਂ ਨੂੰ ਕਰਨ ਦੇ ਲਈ, ਅਵੇਅਰ ਕਰਨ ਦੇ ਲਈ they used Ghadar newspaper as a clandestine instrument for disseminating revolutionary propaganda। means revolutionary biased, revolutionaries ਦੀ side ਦੀ information spread ਕਰਨ ਦੇ ਲਈ। next, the revolutionary zeal of the Ghadar party। ਪਿਛਲੀ ਵੀਡੀਓ ਦੇ ਵਿੱਚ word ਸੀਗਾ zealous, or at that time I told you to understand the difference between zealous and jealous। ਇਹ jealous ਤੋਂ ਅਲੱਗ ਆ word। ਜ਼ੀਲ, zealous word ਜ਼ੀਲ ਤੋਂ ਆਉਂਦਾ, ਔਰ ਜ਼ੀਲ ਦਾ ਮਤਲਬ ਹੁੰਦਾ ਆ enthusiasm। enthusiasm means passion, ਕੋਈ ਖਾਸ ਇੰਟਰਸਟ, ਬੜਾ ਸਟਰੋਂਗ ਇੰਟਰਸਟ ਕਿਸੇ ਚੀਜ਼ ਦੇ ਵਿੱਚ। ਹੁਣ ਰੈਵੋਲੂਸ਼ਨਰੀ ਜ਼ੀਲ ਸੀ, ਜਿਹੜੀ ਰੈਵੋਲੂਸ਼ਨਰੀ ਪੈਸ਼ਨ ਸੀਗਾ ਗਦਰ ਪਾਰਟੀ ਦਾ, ਇੰਟੈਂਸੀਫਾਈ ਹੋ ਗਿਆ। ਇੰਟੈਂਸੀਫਾਈ ਮੀਨਸ ਹੋਰ ਸਟਰੋਂਗ ਹੋ ਗਿਆ। ਕਦੋਂ ਹੋਰ ਸਟਰੋਂਗ ਹੋਇਆ? ਆਫਟਰ ਦ ਕੋਮਾਗਾਟਾਮਾਰੂ ਇੰਸੀਡੈਂਟ ਆਫ 1914। ਪਿਛਲੀ ਵੀਡੀਓਜ਼ ਵਿੱਚ ਆਪਾਂ ਇਹੀ ਟੌਪਿਕ ਦੇ ਥਰੂ ਵੋਕੈਬਲਰੀ ਸਿੱਖੀ ਸੀ ਨਾ। ਤਾਂ ਇਹ ਬੜਾ ਇੱਕ ਟ੍ਰੈਜਿਕ ਇੰਸੀਡੈਂਟ ਸੀਗਾ, ਤੁਹਾਨੂੰ ਪਤਾ ਇਹ ਮਈ 1914 ਸ਼ੁਰੂ ਹੋਇਆ ਸੀ, ਸੈਪਟੰਬਰ 1914 'ਚ ਇਹਦਾ ਇੱਕ ਬਹੁਤ ਹੀ ਦੁਖਦ ਅੰਤ ਹੋਇਆ ਸੀ ਇਸ ਇੰਸੀਡੈਂਟ ਦਾ, ਜਿਹੜਾ ਪੂਰਾ ਇੰਸੀਡੈਂਟ ਸੀਗਾ। ਸੋ ਦਿਸ ਇੰਸੀਡੈਂਟ ਇੰਟੈਂਸੀਫਾਈਡ, what it intensified? revolutionary zeal of Ghadar party। ठीक है, which acted as, which means this incident, Komagata-Maru incident acted as a catalyst। catalyst ਹੁੰਦਾ ਆ ਜਿਹੜਾ ਨਾ ਕਿਸੇ ਚੇਂਜ ਨੂੰ ਟ੍ਰਿਗਰ ਕਰ ਦੇਵੇ। ਮੀਨਸ ਦੇਖੋ, ਛੋਟੇ ਛੋਟੇ ਜਿਹੜੇ ਰੀਜ਼ਨਸ ਆ ਉਹ ਤਾਂ ਬਿਲਡਅਪ ਹੁੰਦੇ ਜਾਂਦੇ ਓਵਰ ਅ ਪੀਰੀਅਡ ਆਫ ਟਾਈਮ, ਪਰ ਸਡਨਲੀ ਇੱਕ ਬਹੁਤ ਹੀ ਜਿਹੜਾ ਆਪਾਂ ਕਹਿੰਦੇ ਨਾ ਬਹੁਤ ਹੀ ਟਚਿੰਗ, ਪੋਇਨੀਐਂਟ, ਜਿਹੜੇ ਵਰਡ ਆਪਾਂ ਪਹਿਲਾਂ ਕੀਤੇ ਵੀ ਆ, ਇੱਕ ਇੱਦਾਂ ਦਾ ਇੰਸੀਡੈਂਟ ਹੋ ਗਿਆ ਜਿਹਨੇ ਚੇਂਜ ਨੂੰ ਬਹੁਤ ਜ਼ਿਆਦਾ ਟ੍ਰਿਗਰ ਕਰ ਦਿੱਤਾ, ਚੇਂਜ ਨੂੰ ਬਹੁਤ ਜ਼ਿਆਦਾ ਫਾਸਟ ਕਰ ਦਿੱਤਾ। ਤਾਂ ਜਿਹੜੀ ਚੀਜ਼ ਸਮਥਿੰਗ ਕਾਜ਼ ਚੇਂਜ, ਉਹਨੂੰ ਆਪਾਂ ਕੈਟਲਿਸਟ ਕਹਿੰਦੇ ਆ। ਸੋ ਇਸ ਇੰਸੀਡੈਂਟ ਨੇ ਕੰਮ ਕੀਤਾ ਇੱਕ ਕੈਟਲਿਸਟ ਦਾ। ਕਾਹਦੇ ਲਈ? ਫॉर ਐਂਟੀ ਬ੍ਰਿਟਿਸ਼ ਸੈਂਟੀਮੈਂਟ। ਐਂਟੀ ਜਾਂ ਐਂਟਾਈ, ਆਮ ਟੈਲਿੰਗ ਅਗੇਨ, ਐਂਟੀ ਬ੍ਰਿਟਿਸ਼ ਸੈਂਟੀਮੈਂਟ। ਬ੍ਰਿਟਿਸ਼ ਲੋਕਾਂ ਦੇ ਖਿਲਾਫ ਜਿਹੜੀਆਂ ਭਾਵਨਾਵਾਂ ਸੀ ਉਹਨੂੰ ਹੋਰ ਜ਼ਿਆਦਾ, ਸੈਂਟੀਮੈਂਟ ਅਮੰਗ ਓਵਰਸੀਜ਼ ਇੰਡੀਅਨਸ। ਇੰਡੀਅਨ ਓਵਰਸੀਜ਼ ਜਿਹੜੇ ਇੰਡੀਅਨ ਓਵਰਸੀਜ਼ ਸੀਗੇ, ਮੀਨਸ ਜਿਹੜੇ ਇੰਡੀਅਨਸ ਫੋਰਨ 'ਚ ਰਹਿੰਦੇ ਸੀ, ਜਾਂ ਫਿਰ ਇੰਡੀਅਨ ਓਵਰਸੀਜ਼ ਕਹਿ ਦਿਓ ਜਾਂ ਓਵਰਸੀਜ਼ ਇੰਡੀਅਨ ਇਜ਼ ਦ ਸੇਮ ਥਿੰਗ। ਸੋ ਦਿਸ ਇੰਸੀਡੈਂਟ ਐਕਟਡ ਐਜ਼ ਅ ਕੈਟਲਿਸਟ ਫॉर ਐਂਟੀ ਬ੍ਰਿਟਿਸ਼ ਸੈਂਟੀਮੈਂਟ ਅਮੰਗ ਓਵਰਸੀਜ਼ ਇੰਡੀਅਨਸ। ਸੋ ਇਸ ਐਕਟ ਨੇ ਇੱਕ ਕੈਟਲਿਸਟ ਦਾ ਕੰਮ ਕੀਤਾ। ਮੀਨਸ ਐਸੀ ਚੀਜ਼ ਜਿਹੜੀ ਚੇਂਜ ਕਾਜ਼ ਕਰਦੀ ਆ, ਟ੍ਰਿਗਰ ਕਰਦੀ ਆ। ਔਰ ਚੇਂਜ ਕੀ ਕੀਤਾ? ਐਂਟੀ ਬ੍ਰਿਟਿਸ਼ ਸੈਂਟੀਮੈਂਟ ਇਹਨੇ ਹੋਰ ਜ਼ਿਆਦਾ ਇੰਟੈਂਸੀਫਾਈ ਕੀਤਾ ਅਮੰਗ ਇੰਡੀਅਨਸ ਦੇ, ਜਿਹੜੇ ਇੰਡੀਅਨਸ ਫੋਰਨ 'ਚ ਰਹਿ ਰਹੇ ਸੀਗੇ। ਕਨਵਿੰਸਡ ਦੈਟ ਦ ਫਰਸਟ ਵਰਲਡ ਵਾਰ ਹੈਡ ਵੀਕਨਡ ਬ੍ਰਿਟਿਸ਼ ਅਥਾਰਟੀ। ਹੁਣ ਜਿਹੜੇ ਗਦਰ ਪਾਰਟੀ ਵਾਲੇ ਲੋਕ ਸੀਗੇ ਨਾ, ਉਹ ਕਨਵਿੰਸਡ ਸੀਗੇ, ਮੀਨਸ ਉਹਨਾਂ ਦਾ ਮੰਨਣਾ ਸੀਗਾ ਕਿ ਫਸਟ ਵਰਲਡ ਵਾਰ ਨੇ ਬ੍ਰਿਟਿਸ਼ ਅਥਾਰਟੀ ਨੂੰ ਕਾਫੀ ਕਮਜ਼ੋਰ ਕਰ ਦਿੱਤਾ। ਤਾਂ ਥਾਊਜ਼ੈਂਡਸ ਆਫ ਗਦਰ ਐਕਟਿਵਿਸਟਸ ਸੀਕ੍ਰੇਟਲੀ ਰਿਟਰਨਡ ਟੂ ਇੰਡੀਆ। ਸੀਕ੍ਰੇਟਲੀ ਰਿਟਰਨ ਹੋਏ ਇਹ ਇੰਡੀਆ 'ਚ। ਮਤਲਬ ਸੀਕ੍ਰੇਟਲੀ ਕਿਉਂ? ਕਿਉਂਕਿ ਥਾਊਜ਼ੈਂਡਸ ਆਫ ਪੀਪਲ ਅਗਰ ਇਕੱਠੇ ਆਉਂਦੇ ਤਾਂ ਗਵਰਨਮੈਂਟ ਨੂੰ ਸ਼ੱਕ ਹੋ ਸਕਦਾ ਕਿ ਕੁਛ ਜ਼ਿਆਦਾ ਵੱਡਾ ਇਹ ਪਲਾਨ ਕਰ ਰਹੇ ਆ। So they returned secretly between October 1914 and February 1915। ਇਸ ਟਾਈਮ ਪੀਰੀਅਡ ਦੇ ਦੌਰਾਨ ਸੀਕ੍ਰੇਟਲੀ ਥਾਊਜ਼ੈਂਡਸ ਆਫ ਗਦਰ ਐਕਟਿਵਿਸਟ ਜਿਹੜੇ ਫੋਰਨ ਕੰਟਰੀਜ਼ ਦੇ ਵਿੱਚ ਸੀਗੇ, ਮੇਨਲੀ ਕੈਨੇਡਾ ਤੇ ਅਮਰੀਕਾ 'ਚ ਸੀਗੇ, ਪਰ ਹੋਰ ਦੇਸ਼ਾਂ 'ਚ ਵੀ ਸੀਗੇ,
ਉਹ ਇੰਡੀਆ ਵਾਪਸ ਆਉਣੇ ਸ਼ੁਰੂ ਹੋ ਗਏ। ਕਿਉਂ ਆਉਣੇ ਸ਼ੁਰੂ ਹੋਏ? ਟੂ orchestrate, orchestrate means organize carefully। orchestrate ਦਾ ਮੀਨਿੰਗ ਹੁੰਦਾ ਆ ਟੂ organize carefully। ਇਹਨਾਂ ਨੇ ਕੀ carefully organize ਕਰਨਾ ਸੀ? an armed insurgency। insurgency is revolt। armed insurgency means ਹਥਿਆਰਾਂ ਨੂੰ ਯੂਜ਼ ਕਰਕੇ ਜਿਹੜਾ ਰਿਵੋਲਟ ਕੀਤਾ ਜਾਊਗਾ, ਐਸੇ ਇੱਕ ਰਿਵੋਲਟ ਨੂੰ, ਰਿਬਿਲੀਅਨ ਨੂੰ ਆਰਗੇਨਾਈਜ਼ ਕਰਨਾ ਸੀ। ਕਿਹਨਾਂ ਨੇ? ਥਾਊਜ਼ੈਂਡਸ ਆਫ ਗਦਰ ਐਕਟਿਵਿਸਟਸ ਨੇ, ਜਿਨ੍ਹਾਂ ਨੇ ਸਾਰੀ ਪਲੈਨਿੰਗ ਕਿੱਥੇ ਕੀਤੀ ਸੀਗੀ? ਫੋਰਨ ਲੈਂਡ 'ਤੇ। ਪਲੈਨਿੰਗ ਕਿਉਂ ਕੀਤੀ ਸੀ? ਇਹਨਾਂ ਨੇ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਫੇਸ ਕੀਤੀ ਸੀ ਉੱਥੇ। ਪੋਲੀਟੀਕਲੀ ਅਵੇਅਰ ਹੋ ਗਏ ਸੀ ਇਹ ਲੋਕ, ਗਏ ਭਾਵੇਂ ਕਿਸੇ ਕਾਰਨਾਂ ਕਰਕੇ ਸੀਗੇ, ਪਰ ਉੱਥੇ ਜਾ ਕੇ ਇਹਨਾਂ ਨੂੰ ਰਿਅਲਾਈਜ਼ ਹੋਇਆ ਕਿ ਸਾਡੀ ਆਪਣੀ ਕੰਟਰੀ ਜਿਹੜੀ ਆ ਉਹਦੇ ਹਾਲਾਤ ਬਹੁਤ ਹੀ ਮਾੜੇ ਆ। ਆਲਦੋ ਉਹਨਾਂ ਨੂੰ ਪਹਿਲਾਂ ਵੀ ਪਤਾ ਸੀ ਕਿ ਹਾਲਾਤ ਮਾੜੇ ਆ, ਬਟ ਪੋਲੀਟੀਕਲ ਅਵੇਅਰਨੈਸ ਉਹਨਾਂ ਨੂੰ ਉਹਨਾਂ ਹਾਲਾਤਾਂ ਨੂੰ ਦੇਖ ਕੇ ਆਈ। ਤਾਂ ਫਿਰ ਉੱਥੇ ਉਹਨਾਂ ਨੇ ਐਕਟੀਵਿਟੀਜ਼ ਪਲਾਨ ਕੀਤੀਆਂ ਔਰ ਉਹ ਸਾਰਾ ਕੁਛ ਆਰਗੇਨਾਈਜ਼ ਕਰਨ ਦੇ ਲਈ, ਇੱਕ ਆਰਮਡ ਇੰਸਰਜੈਂਸੀ ਦੇ ਲਈ, ਆਰਮਡ ਇੰਸਰਜੈਂਸੀ ਨੂੰ ਆਰਕੈਸਟ੍ਰੇਟ ਕਰਨ ਦੇ ਲਈ ਉਹ ਅਕਤੂਬਰ 1914 ਤੋਂ ਫਰਵਰੀ 1915 ਦੇ ਵਿੱਚ ਇੱਥੇ ਰਿਟਰਨ ਹੋਣਾ ਸ਼ੁਰੂ ਹੋ ਗਏ। ਹੈਡਕੁਆਰਟਰਸ ਵਰ ਐਸਟੈਬਲਿਸ਼ਡ ਐਟ ਅੰਮ੍ਰਿਤਸਰ। ਇਹਨਾਂ ਦਾ ਹੈਡਕੁਆਰਟਰ ਪਹਿਲੇ ਕਿੱਥੇ ਸੀ? ਅੰਮ੍ਰਿਤਸਰ 'ਚ, ਐਂਡ ਲੇਟਰ ਲਾਹੌਰ, ਫਿਰ ਲਾਹੌਰ ਸ਼ਿਫਟ ਕਰ ਗਏ। ਵਾਈਲ ਰਿਵੋਲੂਸ਼ਨਰੀ ਪੈਂਫਲੇਟਸ, ਹੁਣ ਇਸ ਟਾਈਮ ਦੇ ਦੌਰਾਨ ਜਦੋਂ ਵਾਪਸ ਆ ਰਹੇ ਸੀਗੇ, ਗ੍ਰੈਜੂਅਲੀ ਵਾਪਸ ਆ ਰਹੇ ਸੀ, ਧੀਰੇ ਧੀਰੇ ਵਾਪਸ ਆ ਰਹੇ ਸੀ। ਵਾਈਲ ਰਿਵੋਲੂਸ਼ਨਰੀ ਪੈਂਫਲੇਟਸ, ਫਲੈਗਸ ਐਂਡ ਸਪੀਚਸ ਅਟੈਂਪਟਡ ਟੂ ਇਨਸਾਈਟ। ਅਗੇਨ ਇਨਸਾਈਟ ਦਾ ਮਤਲਬ ਹੁੰਦਾ ਆ ਕਿਸੇ ਨੂੰ ਪ੍ਰੋਵੋਕ ਕਰਨਾ, ਐਨਕਰੇਜ ਕਰਨਾ ਐਕਸ਼ਨ ਕਰਨ ਲਈ। ਅਗੇਨ ਕੌਂਟੈਕਸਟ ਦੇ ਵਿੱਚ ਇਹਦਾ ਮੀਨਿੰਗ ਡਿਫਰੈਂਟ ਆ, ਪਰ ਇਹ ਸੇਮ ਵਰਡ ਬੜੀ ਨੈਗੇਟਿਵ ਸੈਂਸ ਵੀ ਯੂਜ਼ ਹੋ ਸਕਦਾ। ਮੀਨਸ ਕ੍ਰਾਈਮਸ ਵਗੈਰਾ ਦੇ ਉਹਦੇ ਵਿੱਚ ਵੀ ਇਨਸਾਈਟ ਕਰਨਾ, ਵਾਇਲੈਂਸ ਨੂੰ ਮੀਨਸ ਇਨਕਰੇਜ ਕਰਨਾ, ਵਾਇਲੈਂਸ ਨੂੰ ਇਨਕਰੇਜ ਕਰਨਾ। ਹੁਣ ਇੱਥੇ ਵਾਇਲੈਂਸ ਨੂੰ ਇਨਕਰੇਜ ਕਰਨ ਦਾ ਮਤਲਬ ਇਹ ਆ ਕਿ ਅਗਰ ਬ੍ਰਿਟਿਸ਼ ਸਾਡੇ ਲਈ ਇੰਨੀਆਂ ਪ੍ਰੋਬਲਮਸ ਦਾ ਕਾਰਨ ਹੈਗੇ ਆ, ਤਾਂ ਵਾਈ ਡੋਂਟ ਟੇਕ ਆਰਮਸ ਟੂ ਕਨਫਰੰਟ ਦੈਮ। ਕਨਫਰੰਟ ਕਰਨਾ ਮੀਨਸ ਉਹਨਾਂ ਨੂੰ ਇੱਕ ਤਰੀਕੇ ਨਾਲ ਉਹਨਾਂ ਨੂੰ ਲੜ ਕੇ ਉਹਨਾਂ ਨੂੰ ਆਪਣੇ ਦੇਸ਼ 'ਚੋਂ ਕੱਢਣਾ। ਸੋ ਇਨਸਾਈਟ ਇਜ਼ ਟੂ ਐਨਕਰੇਜ ਵਾਇਲੈਂਸ। ਦੇਖੋ ਜਦੋਂ ਰੈਵੋਲੂਸ਼ਨਰੀ ਵਾਪਸ ਆ ਰਹੇ ਸੀਗੇ ਤਾਂ ਕੁਛ ਜਿਹੜੇ ਆਲਰੇਡੀ ਇੱਥੇ ਸੀ ਜਾਂ ਉੱਥੋਂ ਪਹਿਲੇ ਆ ਰਹੇ ਸੀਗੇ, ਉਹਨਾਂ ਨੇ ਕੀ ਕੀਤਾ? ਪੈਂਫਲੇਟਸ, ਫਲੈਗਸ, ਸਪੀਚਿਸ, ਇਹਨਾਂ ਦੇ ਥਰੂ ਉਹ ਅਟੈਂਪਟ ਕਰਦੇ ਸੀ, ਟਰਾਈ ਕਰਦੇ ਸੀ, ਇਨਸਾਈਟ ਕਰਦੇ ਸੀ, ਮੀਨਸ ਇਨਕਰੇਜ ਕਰਦੇ ਸੀ ਐਕਸ਼ਨ ਨੂੰ, ਇਨਕਰੇਜ ਕਰਦੇ ਸੀ ਵਾਇਲੈਂਸ ਨੂੰ। ਕਿਹਨਾਂ ਦੇ ਅਮੰਗ? ਇੰਡੀਅਨ ਸੋਲਜਰਸ ਐਂਡ ਸਿਵਿਲੀਅਨਸ। ਕਿਹਦੇ ਖਿਲਾਫ? ਕੋਲੋਨੀਅਲ ਰੂਲ। ਕੋਲੋਨੀਅਲ ਰੂਲ ਕਿਹਦਾ ਸੀ? ਬ੍ਰਿਟਿਸ਼ ਦਾ। ਸੋ ਵਰਡਸ ਜ਼ੀਲ, ਐਂਥੂਜ਼ੀਆਜ਼ਮ, ਇੰਟੈਂਸੀਫਾਈਡ means become more stronger, and then catalyst, something that cause changes, orchestrate, organize carefully, insurgency, revolt, incite, encourage violence या provoke someone। Dr. Mathura Singh supervised factories। ਕਿਹੜੀਆਂ ਫੈਕਟਰੀਜ਼ ਨੂੰ ਸੁਪਰਵਾਈਜ਼ ਕਰਦੇ ਸੀ ਮਥੁਰਾ ਸਿੰਘ? ਮੈਨੂਫੈਕਚਰਿੰਗ ਆਰਮਸ, ਜਿਹੜੇ ਹਥਿਆਰ ਬਣਾਉਂਦੀਆਂ ਸੀਗੀਆਂ ਫੈਕਟਰੀਜ਼, ਕਿਹਨਾਂ ਲਈ? ਰੈਵੋਲੂਸ਼ਨਰੀਜ਼ ਦੇ ਲਈ। ਉਹਨਾਂ ਨੂੰ ਮਥੁਰਾ ਸਿੰਘ, ਡਾਕਟਰ ਮਥੁਰਾ ਸਿੰਘ ਸੁਪਰਵਾਈਜ਼ ਕਰਦੇ ਸੀਗੇ। ਐਂਡ ਦ ਰੈਵੋਲੂਸ਼ਨਰੀਜ਼ ਪਲੈਨਡ ਟੂ ਇਨੀਸ਼ੀਏਟ ਰਿਬਿਲੀਅਨ। ਹੁਣ ਇਹਨਾਂ ਨੇ ਡਿਸਾਈਡ ਕਰ ਲਿਆ, ਦੇਖੋ ਆਏ ਸੀਗੇ, ਇੰਨੀ ਲੰਬੀ ਪਲੈਨਿੰਗ ਤੋਂ ਬਾਅਦ ਆਏ, ਸਾਰਾ ਕੁਛ ਅਰੇਂਜ ਕੀਤਾ। ਪਲਾਨ ਕੀ ਸੀਗਾ ਕਿ ਰਿਬਿਲੀਅਨ ਇਨੀਸ਼ੀਏਟ ਕਰਤਾ ਜਾਊਗਾ, ਸ਼ੁਰੂ ਕਰਤਾ ਜਾਊਗਾ। ਕਦੋਂ? ਔਨ 21 ਫਰਵਰੀ 1915। ਦੇਖੋ ਇਸ ਤੋਂ ਪਹਿਲਾਂ ਨਾ 1857 ਦੇ ਵਿੱਚ ਵੀ ਇੱਕ ਰਿਵੋਲਟ ਹੋਇਆ ਸੀਗਾ, ਜਿਹਦੇ ਵਿੱਚ ਮੇਨ ਜਿਹੜੀ ਕਮੀ ਰਹੀ ਸੀ ਇੰਡੀਅਨਸ ਦੀ, ਉਹ ਸੀਗੀ ਪਲੈਨਿੰਗ ਦੀ। ਉਹਨਾਂ ਦੀ ਆਪਸ 'ਚ ਕਮਿਊਨੀਕੇਸ਼ਨ ਹੀ ਨਹੀਂ ਸੀਗੀ। ਆਲਦੋ ਥਰੂ ਆਊਟ ਇੰਡੀਆ ਬਹੁਤ ਸਾਰੇ ਰੈਵੋਲੂਸ਼ਨਸ ਹੋਏ ਸੀ, ਪਰ ਆਪਸ 'ਚ ਕਮਿਊਨੀਕੇਸ਼ਨ, ਪਲੈਨਿੰਗ ਨਾ ਹੋਣ ਕਰਕੇ ਉਹ ਰਿਵੋਲਟ ਫੇਲ ਹੋ ਗਿਆ ਸੀ। ਇੱਥੇ ਜਿਹੜੇ ਲੋਕ ਸੀਗੇ ਰੈਵੋਲੂਸ਼ਨਰੀਜ਼, ਦੇ ਵਰ ਇੰਟੈਲੈਕਚੁਅਲ ਪੀਪਲ, ਦੇ ਵਰ ਇੰਟੈਲੀਜੈਂਟ ਪੀਪਲ, they arranged, they planned each and everything very perfectly, but unfortunately their plans were betrayed, means ਉਹਨਾਂ ਦੇ plans ਨੂੰ ਧੋਖਾ ਦੇ ਦਿੱਤਾ ਗਿਆ। ਕਿਹਦੇ ਦੁਆਰਾ? ਇਨਫਾਰਮਰ ਕਿਰਪਾਲ ਸਿੰਘ। ਸੋ ਇੱਕ ਇਨਫਾਰਮਰ ਸੀਗਾ ਉਹਨਾਂ ਦਾ, ਆਪਣੀ ਪਾਰਟੀ ਦਾ,
मीनस एक रेवोल्यूशनरीज का ही साथी सी कृपाल सिंह, जिन्हें इनफॉर्म कर दिता सारे प्लान बारे, सारी इनफॉर्मेशन, और बीट्रे कर दिता, धोखा दे दिता अपने ही साथियों को, और एनेबल कर दिता ब्रिटिश एडमिनिस्ट्रेशन को किस चीज़ दे, टू अडॉप्ट ड्रैकोनियन मैजर्स। ड्रैकोनियन मीनस बहुत ही हार्श, सीवियर, एक्सट्रीमली हार्श जिहड़े आ ना मैजर्स, काहदे लई, रिप्रैशन दे लई। मीनस रिप्रैशन का मतलब होंदा है फोर्सफुल कंट्रोल। हुण देखो रिवोल्ट या रिबिलियन या आर्मड रिबिलियन या जो ब्रिटिश एडमिनिस्ट्रेशन को पता लग्या तो उन्हें उन्होंने की करन दी कोशिश करनी आ, फोर्सफुली कंट्रोल करन दी, और वो करन दे लई इन्होंने की कीता, ड्रैकोनियन मैजर्स यूज़ किए। किहड़े तरीके? ड्रैकोनियन। ड्रैकोनियन मीनस एक्सट्रीमली हार्श, बहुत ही सीवियर, स्ट्रिंजेंट, स्ट्रिक्ट, इस तरह के मैजर्स अडॉप्ट किए ब्रिटिश एडमिनिस्ट्रेटर ने। द कोलोनियल गवर्नमेंट लॉन्च्ड, इन्होंने लॉन्च की किया एक्सटेंसिव सर्वेलेंस ऑपरेशंस। किहड़े ऑपरेशंस? एक्सटेंसिव, जोड़े कि वाइड स्प्रैड से। सर्वेलेंस, सर्वेलेंस का मतलब होंदा किसी को ऑबजर्व करना, किसी की स्क्रूटनी करनी, किसी का इन्वैसटीगेट करना। इहो जे ऑपरेशंस इन्होंने लॉन्च किए। मीनस जिन्ने भी किसी को शक भी होंदा सी ना, उन्होंने भी अरैसट कर लिया जाता सीगा। बहुत माइनर रीजनस दे लई गवर्नमेंट ने लोगों को अरैसट किया, उन्होंने पनिशमेंट्स दित्तियां। लाइक एक बहुत ही ज़्यादा ना जिन्हों आप कहिए कि वड्डा फेलर सी, और फेलर भी कादा, एक वैल प्लैंड रेवोल्यूशन का। सो ऑपरेशंस, colonial government launched extensive surveillance operations, arrested hundreds of revolutionaries, 100 की गिनती ਦੇ ਵਿੱਚ गिरफ्तारियां ਹੋਈਆਂ, and prosecuted, ਉਹਨਾਂ ਤੇ कोर्ट केसेस चलाए गए, prosecuted them in the infamous ਹੁੰਦਾ notorious, ਤੁਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਕੀਤਾ ਹੋਇਆ, infamous ਲਾਹੌਰ ਕੌਂਸਪੀਰੇਸੀ ਕੇਸਿਸ। ਅਲੱਗ-ਅਲੱਗ ਕੇਸਿਸ ਸੀਗੇ, ਸਾਰਿਆਂ ਨੂੰ ਲਾਹੌਰ ਕੌਂਸਪੀਰੇਸੀ ਕੇਸ ਦੇ ਨਾਮ ਨਾਲ ਜਾਣਿਆ ਜਾਂਦਾ। ये केस ना वैसे केस सिर्फ नाम दे ही, अदरवाइज गवर्नमेंट का एक ही टारगेट सी कि जिन्ने रेवोल्यूशनरीज आ उन्होंने खत्म किया जाए, और इस दे लई फास्ट ट्रैक कोर्ट्स, और कोर्ट्स दे वर जस्ट लाइक पेपर वर्क, ठीक है। तो प्रोसीक्यूशन जिहड़ी सीगी, ये सारा जिन्नी भी कोर्ट केस चलते सीगे वो सिर्फ और सिर्फ हुंदे सीगे नाम दे लई हुंदे सीगे, अदरवाइज रेवोल्यूशनरीज नूं बहुत ही ज़्यादा, बहुत ही अनजस्ट वे दे विच, अन्यायपूर्ण वे दे विच उन्हां नूं ट्रायल किया जाता सी, और इकट्ठे ग्रुप्स के उपर केस चलाए जाते सी। लाहौर कॉन्सपीरेसी केस जिहड़े आ ना, इन्हां दे बारे ना एक बुक हैगी आ ना, सिंह अवलोकन आ बुक, और उहदे राइटर भी आई गैस इन्हां दे साथी रहे रेवोल्यूशनरीज दे, उन्हां दी लिखी हुई एक बुक है सिंह अवलोकन। उहदे विच लाहौर कॉन्सपीरेसी केसिस दे बारे बहुत डिटेल च दस्सिया होया। जेल दे विच ही केस चलते हुंदे सी, मीनस कोर्ट च नहीं सी जांदे हुंदे, जेल दे विच ही अदालत लगाई जाती सी, और बस सज़ा ही सुनाई जाती सी, होर कुछ नहीं, इन्ना कोई ट्रायल हुंदा नहीं सी। दैट्स वाई दे आर इनफेमस, नोटोरीअस, बदनाम हैगे आ लाहौर कॉन्सपीरेसी केसिस, क्योंकि इन्हां केसिस दे विच बहुत सारे इंडियंस नूं बहुत सीवियर पनिशमेंट्स दित्तियां गईयां। ऑन 26 अप्रैल 1915 सीवियर पनिशमेंट्स वर अनाउंसड। 26 अप्रैल नूं सीवियर पनिशमेंट्स अनाउंस कीतियां गईयां अगेंस्ट हंड्रड्स ऑफ गदर एक्टिविस्ट्स। हंड्रड्स ऑफ पीपल के खिलाफ जोड़े आए मामले चले, और उन्होंने पनिशमेंट्स दित्तियां गईयां। मैनी रेवोल्यूशनरीज एम्ब्रेस्ड, जोड़े एम्ब्रेस करना मीनस उन्होंने असैप्ट कर लेना विदाउट एनी सबमिशन, बिना जिन्होंने आप कहिए ना कि बिना सरेंडर किए। मैनी रेवोल्यूशनरीज एम्ब्रेस्ड मार्टरडम। देखो वर्ड जो मार्टरडम है ना, इनू प्रोनाउंस करने के लिए आर साइलेंट रखा करो, ठीक है। सो एम्ब्रेस्ड मार्टरडम, शहादत हुई बहुत ज़्यादा, इनकलूडिंग द लीजेंडरी करतार सिंह सराभा। लीजेंडरी करतार सिंह सराभा जोड़े थे, उन्होंने लाहौर कॉन्सपीरेसी केस के ही फांसी की सज़ा हुई सी।
जगत सिंह, विष्णु गणेश पिंगले, हरनाम सिंह सियालकोटी, भाई बलवंत सिंह, हाफिज अब्दुल्ला एंड सेवरल अदर्स। देखो ये तो फेमस नेम्स आ, अदरवाइज इन्ने लोग ना कईयां दे आपां नाम भी नहीं जानते। सो करतार सिंह सराभा barely 19 years old, just 19 years old ਸੀਗੇ ਕਰਤਾਰ ਸਿੰਘ ਸਰਾਭਾ at that time, because he was a student ਜਦੋਂ ਉਹ ਅਮਰੀਕਾ ਮੂਵ ਹੋਏ ਸੀ। ਸੋ ਹੀ ਵਾਸ ਐਗਜ਼ੀਕਿਊਟਡ, ਐਗਜ਼ੀਕਿਊਟ ਦਾ ਮਤਲਬ ਕਿਸੇ ਟੂ ਪੁੱਟ ਸਮਵਨ ਟੂ ਡੈਥ ਲੀਗਲੀ, ਲੀਗਲੀ ਮੀਨਸ ਕਾਨੂੰਨ ਦੇ ਅਨੁਸਾਰ, ਕਾਨੂੰਨ ਦੇ ਅਨੁਸਾਰ ਕਿਸੇ ਨੂੰ ਮੌਤ ਦੀ ਸਜ਼ਾ ਦੇਣ ਨੂੰ ਆਪਾਂ ਐਗਜ਼ੀਕਿਊਸ਼ਨ। ਅੱਛਾ ਐਗਜ਼ੀਕਿਊਟ ਦੇ ਦੋ ਮੀਨਿੰਗ ਆ, ਇੱਕ ਤਾਂ ਐਗਜ਼ੀਕਿਊਟ ਹੁੰਦਾ ਪੁੱਟ ਟੂ ਡੈਥ ਲੀਗਲੀ, ਦੂਸਰਾ ਐਗਜ਼ੀਕਿਊਸ਼ਨ ਦਾ ਮਤਲਬ ਹੁੰਦਾ ਆ ਕਿਸੇ ਚੀਜ਼ ਨੂੰ ਐਗਜ਼ੀਕਿਊਟ ਕਰ ਦੇਣਾ, ਮੀਨਸ ਜਿਸ ਤਰ੍ਹਾਂ ਹੁਣ ਉਹਨਾਂ ਨੇ ਪਲਾਨ ਬਣਾਇਆ ਸੀ ਔਰ ਉਸ ਪਲਾਨ ਨੂੰ ਐਗਜ਼ੀਕਿਊਟ ਕਰਨਾ ਸੀ ਫਰਵਰੀ ਦੇ ਵਿੱਚ, ਮੀਨਸ ਲਾਗੂ ਕਰ ਦੇਣਾ ਕਿਸੇ ਚੀਜ਼ ਨੂੰ। ਸੋ ਇਸ ਤਰ੍ਹਾਂ ਐਗਜ਼ੀਕਿਊਟ ਵਰਡ ਦੇ ਦੋ ਮੀਨਿੰਗ ਹੈ। was executed, he was executed at Lahore Central Jail on 16 November 1915 for his revolutionary activities। obviously revolutionary activities ਦੇ ਕਰਕੇ ਹੀ ਉਹਨਾਂ ਨੂੰ ਐਗਜ਼ੀਕਿਊਟ ਕਰ ਦਿੱਤਾ ਗਿਆ, ਉਹਨਾਂ ਨੂੰ ਮਾਰ ਦਿੱਤਾ ਗਿਆ। ਗੁਲਾਬ ਕੌਰ ਆਫ ਸੰਗਰੂਰ, ਗੁਲਾਬ ਕੌਰ ਸੀਗੇ ਸੰਗਰੂਰ ਦੇ, ਅਨਦਰ courageous Gadarite ਐਸੋਸੀਏਟਡ ਵਿਦ ਦ ਮੂਵਮੈਂਟ, ਇੱਕ ਗਦਰ ਪਾਰਟੀ ਦੇ ਮੈਂਬਰ ਸੀ, ਐਸੋਸੀਏਟ ਹੋਏ ਸੀ ਮੂਵਮੈਂਟ ਨਾਲ, ਇਸ ਲਹਿਰ ਦੇ ਨਾਲ, ਇਸ ਕ੍ਰਾਂਤੀ ਦੇ ਨਾਲ ਫਿਲੀਪੀਨਸ ਵਿੱਚ। ਇਹਨੇ ਐਕਚੁਅਲੀ ਆਪਣੇ ਹਸਬੈਂਡ ਦੇ ਨਾਲ, ਜਿਸ ਤਰ੍ਹਾਂ ਬਾਕੀ ਦੇ ਲੋਕ ਮਾਈਗਰੇਟ ਹੁੰਦੇ ਆ ਜਨਰਲੀ, ਉਸੇ ਤਰ੍ਹਾਂ ਗੁਲਾਬ ਕੌਰ ਆਪਣੇ ਹਸਬੈਂਡ ਦੇ ਨਾਲ ਫਿਲੀਪੀਨਸ ਮਾਈਗਰੇਟ ਹੋਏ ਸੀ। ਉੱਥੇ ਗਦਰ ਪਾਰਟੀ ਦੇ ਨਾਲ ਐਸੋਸੀਏਟ ਹੋਏ, ਉਹਨਾਂ ਦੇ ਨਾਲ ਜੁੜੇ, ਅਤੇ ਇਹਨਾਂ ਨੇ ਕਾਫੀ ਕੰਮ ਕੀਤਾ ਮਤਲਬ ਗਦਰ ਪਾਰਟੀ ਦੇ ਵਿੱਚ। ਵਾਜ਼ ਆਲਸੋ ਇੰਪ੍ਰਿਜ਼ਨਡ, ਇਹ ਵੀ ਵਾਪਸ ਆਏ ਸੀਗੇ ਇਸ ਇੰਸਰਜੈਂਸੀ ਜਿਹੜੀ ਪਲਾਨ ਕੀਤੀ ਸੀ ਫਰਵਰੀ ਦੇ ਵਿੱਚ। ਵਾਜ਼ ਆਲਸੋ ਇੰਪ੍ਰਿਜ਼ਨਡ ਫॉर ਸੈਡੀਸ਼ੀਅਸ ਐਕਟੀਵਿਟੀਜ਼। ਸੈਡੀਸ਼ੀਅਸ, ਦੇਖੋ ਸੈਡੀਸ਼ੀਅਸ ਹੁੰਦਾ ਆ ਅਗੇਂਸਟ ਦ ਗਵਰਨਮੈਂਟ, ਜਿਹੜਾ ਨਾ ਕੋਈ ਗਵਰਨਮੈਂਟ ਦੇ ਅਗੇਂਸਟ ਕੋਈ ਪਲਾਨ ਕਰਦਾ, ਕੌਨਸਪੀਰੇਸੀ ਕਰਦਾ, ਉਹਦੇ ਉੱਪਰ ਜਿਹੜੇ ਚਾਰਜਸ ਲੱਗਦੇ ਆ ਉਹਨਾਂ ਨੂੰ ਸੈਡੀਸ਼ੀਅਸ ਚਾਰਜਸ ਕਹਿੰਦੇ, ਮਤਲਬ ਸੈਡੀਸ਼ੀਅਸ ਐਕਟੀਵਿਟੀਜ਼ ਦੇ ਲਈ ਚਾਰਜ ਲੱਗੇ, ਜਿਹਨੂੰ ਇੱਕ ਤਰੀਕੇ ਨਾਲ ਆਪਾਂ ਦੇਸ਼ ਦਰੋਹ ਕਹਿੰਦੇ ਆ। ਪਰ ਐਕਚੁਅਲੀ ਇਹ ਜਿਹੜਾ ਵਿਦਰੋਹ ਸੀਗਾ ਉਹ ਆਪਣੇ ਦੇਸ਼ ਦੇ ਖਿਲਾਫ ਨਹੀਂ ਸੀਗਾ, ਇਹ ਬ੍ਰਿਟਿਸ਼ ਕੋਲੋਨੀਅਲ ਗਵਰਨਮੈਂਟ ਦੇ ਖਿਲਾਫ ਸੀਗਾ। ਸੋ ਗੁਲਾਬ ਕੌਰ ਨੂੰ ਨਾ ਗਦਰ ਦੀ ਧੀ ਵੀ ਕਿਹਾ ਜਾਂਦਾ ਹੈ। ਗਦਰ ਦੀ ਧੀ ਨਾਮ ਦੀ ਇੱਕ ਬੁੱਕ ਲਿਖੀ ਗਈ ਐਕਚੁਅਲੀ, ਰਾਈਟਰ ਮੈਨੂੰ ਐਕਚੁਅਲੀ ਯਾਦ ਨਹੀਂ ਹੈਗੇ ਹੁਣ। ਰੀਸੈਂਟਲੀ ਮੀਨਸ ਜਸਟ ਫਿਊ ਈਅਰਸ ਬੈਕ, ਲਾਈਕ 2013 ਔਰ 14 ਆਈ ਗੈਸ, ਉਹਦੇ ਵਿੱਚ ਇੱਕ ਰਾਈਟਰ ਹੈਗੇ ਆ, ਉਹਨਾਂ ਨੇ ਗੁਲਾਬ ਕੌਰ ਬਾਰੇ ਇੱਕ ਬੁੱਕ ਲਿਖੀ। ਬੁੱਕ ਦਾ ਟਾਈਟਲ ਗਦਰ ਦੀ ਧੀ ਹੈ, ਔਰ ਉਹਨਾਂ ਨੂੰ ਵੀ ਗਦਰ ਦੀ ਧੀ ਦੇ ਨਾਮ ਨਾਲ ਹੀ ਜਾਣਿਆ ਜਾਂਦਾ, ਗੁਲਾਬ ਕੌਰ। ਓਕੇ, ਸੋ ਨੈਕਸਟ, although the movement was eventually subdued, ਹੁਣ ਦੇਖੋ eventually ਮਤਲਬ at the end ਮੂਵਮੈਂਟ ਜਿਹੜੀ ਆ ਸਬਡਿਊ ਹੋ ਗਈ। ਸਬਡਿਊ ਮੀਨਸ ਕੰਟਰੋਲ ਹੋ ਗਈ, ਸਪਰੈਸ ਹੋ ਗਈ ਬਾਈ ਬ੍ਰਿਟਿਸ਼। ਬ੍ਰਿਟਿਸ਼ ਨੇ ਮੂਵਮੈਂਟ ਤਾਂ ਕੰਟਰੋਲ ਕਰ ਲਈ। ਬਾਈ ਬ੍ਰਿਟਿਸ਼ ਰਿਪਰੈਸ਼ਨ ਆਪਾਂ ਪਹਿਲਾਂ ਵੀ ਪੜ੍ਹਿਆ ਨਾ, ਫੋਰਸਫੁਲ ਕੰਟਰੋਲ। ਮੂਵਮੈਂਟ ਜਿਹੜੀ ਆ ਉਹ ਖਤਮ ਹੋ ਗਈ, ਸਪਰੈਸ ਹੋ ਗਈ ਬ੍ਰਿਟਿਸ਼ ਦੇ ਫੋਰਸਫੁਲ ਕੰਟਰੋਲ ਦੇ ਨਾਲ। ਐਂਡ ਇੰਟਰਨਲ ਕੰਟਰੋਵਰਸਿਸ, ਤੇ ਹੋਰ ਕਾਹਦੇ ਨਾਲ? ਇੰਟਰਨਲ ਕੰਟਰੋਵਰਸਿਸ ਲੇਟਰ ਵੀਕਨਡ ਦਾ ਆਰਗੇਨਾਈਜੇਸ਼ਨ। ਉਸ ਤੋਂ ਬਾਅਦ ਜਿਹੜੀਆਂ ਇੰਟਰਨਲ ਕੰਟਰੋਵਰਸਿਸ ਸੀਗੀਆਂ ਉਹਨਾਂ ਦੇ ਕਰਕੇ ਪੂਰੀ ਆਰਗੇਨਾਈਜੇਸ਼ਨ ਕਮਜ਼ੋਰ ਪੈ ਗਈ। ਦ ਗਦਰ ਮੂਵਮੈਂਟ ਰਿਮੇਨਸ ਅ ਸੈਮੀਨਲ ਚੈਪਟਰ ਇਨ ਇੰਡੀਆਜ਼ ਫਰੀਡਮ ਸਟਰਗਲ। ਸੈਮੀਨਲ ਦਾ ਮਤਲਬ ਹੁੰਦਾ ਆ ਬਹੁਤ ਇਨਫਲੂਐਂਸ਼ੀਅਲ ਹੋਵੇ ਜਿਹੜੀ ਚੀਜ਼, ਗਰਾਊਂਡ ਬ੍ਰੇਕਿੰਗ ਜਿੱਦਾਂ ਆਪਾਂ ਕਹਿੰਦੇ ਹਾਂ ਨਾ, ਬੜੀ ਇੰਪੋਰਟੈਂਟ ਚੀਜ਼ ਹੋਵੇ, ਜਿਹਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੋਵੇ। ਇੱਕ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਚੈਪਟਰ ਆ ਇਹ ਇੰਡੀਆ ਦੀ ਫਰੀਡਮ ਸਟਰਗਲ ਦੇ ਵਿੱਚ। ਡਿਸਪਾਈਟ ਲਿਮਿਟਡ ਰਿਸੋਰਸਿਸ, ਮਤਲਬ ਲਿਮਿਟਡ ਰਿਸੋਰਸਿਸ। ਦੇਖੋ ਹੁਣ ਰੈਵੋਲੂਸ਼ਨਰੀਜ਼ ਦੇ ਰਿਸੋਰਸਿਸ ਕਿੰਨੇ ਲਿਮਿਟਡ ਸੀ, ਕਿੰਨੀਆਂ ਜ਼ਿਆਦਾ ਉਹਨਾਂ ਨੂੰ ਪਰੇਸ਼ਾਨੀਆਂ ਹੁੰਦੀਆਂ ਸੀ। ਪਰੇਸ਼ਾਨੀਆਂ ਇਨ ਦ ਸੈਂਸ ਕਿੰਨੇ ਸਟ੍ਰਿਕਟ ਲਾਜ਼, ਕਿੰਨੀਆਂ ਲਿਮਿਟੇਸ਼ਨਸ, ਕਿੰਨੀਆਂ ਰਿਸਟ੍ਰਿਕਸ਼ਨਸ, ਉਹ ਸਭ ਹੋਣ ਦੇ ਬਾਵਜੂਦ ਐਂਡ ਰਿਲੈਂਟਲੈਸ ਪਰਸੀਕਿਊਸ਼ਨ। ਰਿਲੈਂਟਲੈਸ ਦਾ ਮਤਲਬ ਹੁੰਦਾ ਆ ਨੈਵਰ ਸਟੋਪਿੰਗ,
परसिस्टेंट, परसिक्यूशन हार्श ट्रीटमेंट, लगातार उन्होंने हार्श ट्रीटमेंट्स का सामना करना पैंदा सी। द रेवोल्यूशनरीज माउंटेड, माउंटेड मीनस ऑर्गेनाइज्ड, रेवोल्यूशनरीज ने ऑर्गेनाइज किया वन ऑफ द मोस्ट कंसर्टेड एंड डिफाइंटेड चैलेंजेस। किहड़े चैलेंजेस? कंसर्टेड ते डिफाइंड। कंसर्टेड का मतलब होंदा आ समथिंग दैट वाज डन टुगैदर इन वेरी ऑर्गेनाइज्ड वे, कोऑर्डिनेटेड समथिंग, वो चीज़ नूं आपां कंसर्टेड कहने आ। और कॉन्सर्ट वर्ड भी इहदे नाल रिलेटेड आ। ओके, एंड डिफाइंड, डिफाइंड मीनस ओपनली रजिस्टिंग, किसी चीज़ को ओपनली रजिस्ट करना, विरोध करना। तो इस तरह के जोड़े चैलेंजेस ऑर्गेनाइज किए किने? रेवोल्यूशनरीज ने, इन्नियां लिमिटेशनस होने के बावजूद कि अगे ब्रिटिश इंपीरियलिज्म के अगे। देयर रेजिलियंस, टेनेसिटी, अनवेवरिंग पैट्रियोटिज्म। हुण उन्हां दा पैट्रियोटिज्म किस तरह का सीगा? रेजिलियंस, रेजिलियंस होंदी आ किसी चीज़ तो रिकवर होने की जिहड़ी तुहाडी एबिलिटी आ, डिटरमिनेशन आ, टफनेस आ, उन्होंने आपां रेजिलियंस कहने आ। रेजिलियंस, टेनेसिटी, डिटरमिनेशन, ये भी ऑलमोस्ट सिमिलर वर्ड है। तो अनवेवरिंग, फर्म एंड स्टडी। ये जिहड़ा पैट्रियोटिज्म सीगा, इट ट्रांसफॉर्म्ड द मूवमेंट into a lasting symbol, lasting means हमेशा रहने वाला, symbol of revolutionary nationalism। nationalism का एक lasting symbol बनया ए मूवमेंट। एंड विंडिकेटेड, विंडिकेट का मतलब होंदा है किसी चीज़ नूं प्रूव कर देना, ठीक प्रूव कर देना। वट इट प्रूव्ड राइट, द बिलीफ। इन्होंने ना एक, इस मूवमेंट ने एक बिलीफ प्रूव कर दिता, राइट प्रूव कर दिता। ये बिलीफ की सी? ये बिलीफ आ दैट फ्रीडम वॉज नॉट मैरली एस्पिरेशनल। फ्रीडम सिर्फ एस्पिरेशनल नहीं है, एस्पिरेशनल तो ऑब्वियसली है, पर सिर्फ एस्पिरेशनल नहीं, मीन्स एक मोटिवेशनल नहीं है, बट अ सैक्रोसैंक्ट राइट वर्थ एवरी सैक्रिफाइस। एक सैक्रोसैंक्ट राइट आ। हुण देखो, सैक्रोसैंक्ट का मतलब आ extremely sacred, extremely sacred, something that can't be violated। कुछ इदां दा जिन्हों वायलेट नहीं किया जा सकता, जिन्हों भंग नहीं किया जा सकता, अनइम्पीचेबल, इस तरह का राइट आ। वर्थ एवरी सैक्रीफाइस। देखो, रेवोल्यूशनरीज ने कितना कुछ प्लान किया, किनियां मुश्किलों के नाल, लिमिटेड रिसोर्सिस के नाल, अपनी पूरी इंटैलीजेंस के नाल, पेशेंस के नाल, सारा कुछ करके सब कुछ ठीक सी, बट एट द एंड किसी होर दी गलती करके या किसी होर दी गद्दारी करके, किसी होर दे धोखे करके सब कुछ फेल हो गया और अपनी लाइफ सैक्रीफाइस की उन्होंने। लाइफ तो लाइफ, इन्हों कई जिस तरह काले पानी दी जेल वगैरह इदा दी बहुत हार्श पनिशमेंट्स दित्तियां गईयां, आप सोच भी नहीं सकते। तो इन्ने सारे सैक्रीफाइसिस जिहड़े आ जिस राइट लई कीते जाण, उस राइट नूं सैक्रोसैंक्ट कहना बिल्कुल ठीक आ, उन्होंने सेकर्ड कहना, पवित्र कहना, अनवायलेबल कहना बिल्कुल ठीक है। ठीक है, आप ना दोबारा इस सारी लाइन की मीनिंग देखते हैं। देयर, हेयर देयर मीनस रेवोल्यूशनरीज, देयर रेजिलियंस, टेनेसिटी, अनवेवरिंग पैट्रियोटिज्म। सो किस तरह का पैट्रियोटिज्म? जिहड़ा कि टफ सीगा, डिटरमिंड सी, फर्म सी। इस पैट्रियोटिज्म ने ट्रांसफॉर्म कर दिता मूवमेंट नूं। ऑल द मूवमेंट फेल हुई, बट इट ट्रांसफॉर्म्ड इट इनटू अ लास्टिंग सिंबल। एक निशानी बन गया। ये कादी निशानी बन गया? रेवोल्यूशनरी नैशनलिज्म दी। ते इन्हें प्रूव किया, राइट प्रूव किया। विंडिकेट मीनस टू प्रूव राइट। द बिलीफ दैट फ्रीडम इज नॉट मैरली एस्पिरेशनल बट अ सैक्रोसैंक्ट राइट वर्थ एवरी सैक्रीफाइस। इदा का एक सैक्रोसैंक्ट, इस तरह का सेक्रेड राइट आ जिहदे करके बहुत सारे सैक्रीफाइस किए जा सकते हैं और कीते। ठीक है, सो जिहड़े वर्ड्स आ सारे ਉਹ ਤੁਸੀਂ ਲਰਨ ਕਰ ਲਏ ਆ ਕੌਨਟੈਕਸਟ ਦੇ ਵਿੱਚ। ਇੱਕ ਵਾਰੀ ਇਹਨਾਂ ਦੇ ਨਾ ਮੀਨਿੰਗ, ਸਿਨੋਨਿਮਸ, ਐਂਟੋਨਿਮਸ ਦੇਖਦੇ ਆ। ਫਾਰਮੀਡੇਬਲ,
formidable means difficult to defeat or overcome, means strong, intimidating, terrifying। ਇਹਦੇ ਐਂਟੋਨਿਮ ਹੋ ਗਏ ਵੀਕ, ਐਨਕਰੇਜਿੰਗ। ਹੁਣ ਦੇਖੋ ਜਿਹੜਾ ਨਾ ਡਿਫਿਕਲਟ ਹੁੰਦਾ ਆ ਉਹ ਦੂਸਰੇ ਨੂੰ ਇੰਟੀਮੀਡੇਟ ਕਰਦਾ। ਜਦ ਕਿਸੇ ਸਟਰੋਂਗ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜਾ ਦੂਸਰਾ ਹੈ ਲੋ ਕੌਨਫੀਡੈਂਸ ਫੀਲ ਕਰੂਗਾ, ਵੀਕ। ਪਰ ਇਹਦਾ ਉਲਟ ਕੀ ਹੋਏਗਾ, ਇਨਕਰੇਜਿੰਗ, ਜਿਹੜਾ ਇੰਟੀਮੀਡੇਟ ਨਾ ਕਰੇ। ਇੰਟੀਮੀਡੇਟ ਦਾ ਐਕਚੁਅਲ ਐਂਟੋਨਿਮ ਆ ਐਨਕਰੇਜਿੰਗ। ਇੰਟੀਮੀਡੇਟ ਕਰਨਾ ਕਿਸੇ ਨੂੰ ਦਬਾਉਣਾ। ਮਤਲਬ ਦੇਖੋ ਜਿਹੜੇ ਸਿਨੋਨਿਮਸ ਐਂਟੋਨਿਮਸ ਹੁੰਦੇ ਆ ਨਾ ਹਰ ਇੱਕ ਸੈਂਸ ਦੇ ਯੂਜ਼ ਹੁੰਦੇ ਆ, ਪੋਜ਼ੀਟਿਵ ਨੈਗੇਟਿਵ ਜਿਸ ਤਰੀਕੇ ਨਾਲ ਵੀ। ਇਸੇ ਕਰਕੇ ਕੌਨਟੈਕਸਟ ਰਿਪੀਟ ਕਰਦੀ ਹਾਂ ਮੈਂ, ਆਈ ਮੀਨ ਇਨਫਾਈਨਾਈਟ ਟਾਈਮ ਮੈਂ ਰਿਪੀਟ ਕਰਦੀ ਹਾਂ ਇਸ ਗੱਲ ਨੂੰ ਕਿ ਕੌਨਟੈਕਸਟ ਵਿੱਚ ਪੜ੍ਹਨ ਦਾ ਕੀ ਜ਼ਰੂਰਤ ਕੀ ਆ। ਔਰ ਇਹ ਜ਼ਰੂਰਤ ਇਹ ਆ ਕਿ ਤੁਹਾਨੂੰ ਨਾ ਸੈਂਸ ਸਮਝ ਆਉਣੀ ਚਾਹੀਦੀ ਆ। ਹੁਣ ਇੱਕ ਪਾਸੇ ਸਟਰੋਂਗ ਆ, ਇੰਟੀਮੀਡੇਟਿੰਗ ਆ। ਇੰਟੀਮੀਡੇਟਿੰਗ ਥੋੜ੍ਹਾ ਜਿਹਾ ਇੱਦਾਂ ਦਾ ਵਰਡ ਆ ਜਿੱਦਾਂ ਕਿਸੇ ਨੂੰ ਨਾ ਇੰਟੀਮੀਡੇਟ ਕਰਨਾ, ਕਿਸੇ ਨੂੰ ਦਬਾਉਣਾ, ਉਹ ਮਤਲਬ ਆ। ਔਰ ਇੱਕ ਸਟਰੋਂਗ ਹੀ ਇਹ ਕਰ ਸਕਦਾ। ਹੁਣ ਸਟਰੋਂਗ ਆ, ਕਿਸੇ ਦੀ ਸਟਰੈਂਥ ਆ, ਉਹਨੂੰ ਕਿਸ ਤਰੀਕੇ ਨਾਲ ਯੂਜ਼ ਕਰਦਾ ਇਹ ਤਾਂ ਡਿਪੈਂਡ ਕਰਦਾ ਨਾ। ਓਕੇ, ਸੋ ਵੀਕ, ਐਨਕਰੇਜਿੰਗ, ਟੇਮ। ਟੇਮ ਇਹਦਾ ਇੰਪੋਰਟੈਂਟ ਆ, ਟੇਮ, ਵੀਕ ਇਹ ਸੇਮ ਜਿਹੇ ਵਰਡ ਆ, ਇੰਪੋਰਟੈਂਟ ਸਿਨੋਨਿਮ ਹੈਗਾ ਆ। ਔਡੇਸ਼ੀਅਸ, ਔਡੇਸ਼ੀਅਸ ਹੁੰਦਾ ਹੈ ਨਾ ਬ੍ਰੇਵ, ਸ਼ੋਇੰਗ ਵਿਲਿੰਗਨੈਸ ਟੂ ਟੇਕ ਬੋਲਡ ਰਿਸਕ, ਡੇਅਰਿੰਗ, ਬ੍ਰੇਵ, ਵੇਲੀਐਂਟ, ਵੇਲੀਐਂਟ। ਟਿਮਿਡ, ਟਿਮਿਡ ਹੁੰਦਾ ਜਿਹੜਾ ਨਾ ਜਿਹਦੇ 'ਚ ਕੌਨਫੀਡੈਂਸ ਨਾ ਹੋਵੇ, ਬੜਾ ਹੀ ਲੋ ਕੌਨਫੀਡੈਂਸ, ਉਹਨੂੰ ਟਿਮਿਡ ਕਹਿੰਦੇ ਆਪਾਂ। ਕੌਸ਼ੀਅਸ, ਬੜੇ ਧਿਆਨ ਨਾਲ ਜਿਹੜਾ ਰਵੇ। ਦੇਖੋ ਜਿਹੜਾ ਰਿਸਕ ਲੈ ਰਿਹਾ ਆ ਉਹਦੇ ਉਲਟ ਕੌਣ ਹੋਏਗਾ, ਕੌਸ਼ੀਅਸ, ਕੇਅਰਫੁਲ। ਐਕਸਪੈਟਰੀਏਟ, ਪਰਸਨ ਲਿਵਿੰਗ ਆਊਟਸਾਈਡ ਹੋਮਲੈਂਡ। ਐਮੀਗਰੈਂਟ, ਜਿਹੜਾ ਇੱਥੋਂ ਚਲਾ ਜਾਂਦਾ, ਮਤਲਬ ਆਪਣੇ ਦੇਸ਼ ਜਿਹੜਾ ਚਲਾ ਜਾਂਦਾ ਉੱਥੇ ਲਈ ਉਹ ਐਮੀਗਰੈਂਟ ਹੁੰਦਾ। ਐਕਸਪੈਟ, ਇਹਦੀ ਇੱਕ ਤਰੀਕੇ ਨਾਲ ਸ਼ਾਰਟ ਫਾਰਮ ਹੈ, ਇਹਨੂੰ ਐਕਸਪੈਟ ਵੀ ਕਹਿ ਦਿੰਦੇ ਆ। ਐਕਸਪੈਟਰੀਏਟ ਫੁੱਲ ਵਰਡ ਆ, ਐਕਸਪੈਟ ਵੀ ਕਹਿ ਦਿੰਦੇ ਆ। ਨॉन ਨੇਟਿਵ, ਜਿਹੜਾ ਨੇਟਿਵ ਨਹੀਂ ਹੈਗਾ ਇੱਥੇ ਦਾ। ਤਾਂ ਉਲਟ ਕੀ ਹੋ ਗਏ, ਨੇਟਿਵ, ਸਿਟੀਜ਼ਨ, ਰੈਜ਼ੀਡੈਂਟ। ਪਰਸਿਊਟ, ਐਕਟ ਆਫ ਟਰਾਈਂਗ ਟੂ ਅਚੀਵ। ਕੁਐਸਟ, ਚੇਜ਼, ਸੀਕਿੰਗ, ਇਹਦੇ ਸਿਨੋਨਿਮਸ ਹੋ ਗਏ। ਅੱਛਾ, ਇੱਕ ਹੋਰ ਚੀਜ਼, ਅਗਰ ਤੁਹਾਨੂੰ ਆਪਣੀ ਸਕਰੀਨ 'ਤੇ ਇਹ ਵਰਡਸ ਰੀਡ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਆ ਬਿਕੋਜ਼ ਆਫ ਫੌਂਟ ਸਾਈਜ਼, ਤਾਂ ਮੈਂ ਇਹਦੀ ਇੱਕ ਨਾ ਫਾਈਲ ਜਿਹੜੀ ਆ PDF ਜਾਂ ਵਰਡ ਫਾਈਲ ਉਹ ਬਣਾ ਕੇ ਟੈਲੀਗ੍ਰਾਮ ਗਰੁੱਪ ਦੇ ਵਿੱਚ, ਟੈਲੀਗ੍ਰਾਮ ਚੈਨਲ ਹੈ ਐਕਚੁਅਲੀ, ਉੱਥੇ ਅਪਲੋਡ ਕਰ ਦੂੰਗੀ। ਤੁਸੀਂ ਉੱਥੋਂ ਇਹਨੂੰ ਦੇਖ ਸਕਦੇ ਆ, ਰੀਡ ਕਰ ਸਕਦੇ ਆ ਬੜੇ ਆਰਾਮ ਨਾਲ। ਓਕੇ, ਸੋ ਕੁਐਸਟ, ਚੇਜ਼, ਸੀਕਿੰਗ ਇਹ ਸਿਨੋਨਿਮ ਹੈਗੇ ਆ ਪਰਸਿਊਟ ਦੇ। ਕਿਸੇ ਚੀਜ਼ ਨੂੰ ਅਚੀਵ ਕਰਨ ਦੀ ਟਰਾਈ ਕਰਨੀ, ਚੇਜ਼ ਕਰਨਾ, ਕੁਐਸਟ ਕਰਨਾ। ਔਰ ਉਹਦੇ ਐਂਟੋਨਿਮ ਕੀ ਆ, ਨੈਗਲੈਕਟ ਕਰ ਦੇਣਾ, ਰੀਟਰੀਟ ਕਰ ਦੇਣਾ, ਮਤਲਬ ਪਿੱਛੇ ਮੁੜ ਜਾਣਾ। ਜੇ ਇੱਕ ਅਗਰ ਕੋਈ ਚੀਜ਼ ਚੇਜ਼ ਕਰ ਰਹੇ ਆ ਮਤਲਬ ਉਹਦੇ ਪਿੱਛੇ ਜਾ ਰਹੇ ਆ, ਅਗਰ ਨਹੀਂ ਜਾ ਰਹੇ ਤਾਂ ਉਹ ਰੀਟਰੀਟ ਆ। ਜਾਂ ਐਸਕੇਪ ਕਰਤਾ ਕਿ ਛੱਡੋ ਪਰੇ, ਨਹੀਂ ਚਾਹੀਦਾ, ਤਾਂ ਉਹ ਐਸਕੇਪ ਹੋ ਗਿਆ। ਜਾਂ ਨੈਗਲੈਕਟ ਕਰਤਾ, ਇਹ ਐਂਟੋਨਿਮਸ ਹੋ ਗਏ ਪਰਸਿਊਟ ਦੇ। ਡਿਗਨੀਫਾਈਡ, ਰਿਸਪੈਕਟੇਬਲ ਆ, ਔਨਰੇਬਲ ਆ, ਔਰ ਔਨਰੇਬਲ ਸਿਨੋਨਿਮ ਆ, ਐਂਟੋਨਿਮ ਹੋ ਗਿਆ ਡਿਸਗ੍ਰੇਸਫੁਲ। ਹੋਸਟਾਈਲ, ਅਨਫਰੈਂਡਲੀ, ਹੋਸਟਿਲਿਟੀ, ਅਨਫਰੈਂਡਲੀ ਬਿਹੇਵੀਅਰ ਆਪਾਂ ਪਹਿਲਾਂ ਵੀ ਕੀਤਾ ਆ। ਐਂਟੈਗੋਨਿਸਟਿਕ, ਐਂਟੈਗੋਨਿਸਟਿਕ ਇਹਦਾ ਇੰਪੋਰਟੈਂਟ ਆ, ਐਡਜੈਕਟਿਵ ਆ। ਐਗਰੈਸਿਵ, ਅਨਸਿੰਪਥੈਟਿਕ, ਇਹ ਸਾਰੇ ਸਿਨੋਨਿਮ ਆ ਅਨਫਰੈਂਡਲੀ ਦੇ। ਤੇ ਇਹਦੇ ਉਲਟ ਕੀ ਹੋਣਗੇ, ਫਰੈਂਡਲੀ, ਵੈਲਕਮਿੰਗ, ਐਮੀਕੇਬਲ। ਐਮੀਕੇਬਲ ਇਜ਼ ਇੰਪੋਰਟੈਂਟ, ਫਰੈਂਡਲੀ, ਐਮੀਕੇਬਲ ਇਹਦਾ ਬੜਾ ਧਿਆਨ ਰੱਖਣਾ। ਪ੍ਰੈਜੁਡਿਸਡ, ਪ੍ਰੈਜੁਡਿਸਡ ਹੁੰਦਾ ਆ ਟੂ ਫਾਰਮ ਐਨ ਐਡਵਰਸ ਓਪੀਨੀਅਨ, ਕਿਸੇ ਦੇ ਲਈ ਨਾ ਐਡਵਰਸ ਮਤਲਬ ਉਲਟ ਓਪੀਨੀਅਨ ਬਣਾ ਲੈਣਾ ਵਿਦਾਊਟ ਨੌਲੇਜ ਆਫ ਫੈਕਟ, ਬਿਨਾਂ ਫੈਕਟਸ ਨੂੰ ਜਾਣਿਆ। ਬਾਇਸਡ, ਅਨਫੇਅਰ, ਪਾਰਸ਼ਲ, ਡਿਸਕ੍ਰਿਮੀਨੇਟਰੀ, ਇਹ ਹੋ ਗਏ ਇਹਦੇ ਸਿਨੋਨਿਮਸ। ਔਰ ਐਂਟੋਨਿਮ ਫਿਰ ਕੀ ਹੋਣਗੇ, ਫੇਅਰ, ਇੰਪਾਰਸ਼ਲ, ਅਨਬਾਇਸਡ। ਇਨਵੀਡੀਅਸ, ਇਨਵੀਡੀਅਸ ਹੁੰਦਾ ਆ ਅਨਫੇਅਰਲੀ ਡਿਸਕ੍ਰਿਮੀਨੇਟਰੀ। ਅਨਜਸਟ, ਜੈਲਸ, ਐਨਵੀਅਸ। ਹੁਣ ਇੱਥੇ ਜੈਲਸ ਆ, ਜ਼ੈਲਸ ਨਹੀਂ ਹੈਗਾ। ਜੈਲਸ, ਐਨਵੀਅਸ ਇਹ ਸਭ ਇਨਵੀਡੀਅਸ ਦੇ ਸਿਨੋਨਿਮਸ ਆ। ਇੰਪਾਰਸ਼ਲ, ਅਨਬਾਇਸਡ, ਫੇਅਰ ਇਹ ਹੋ ਗਏ ਐਂਟੋਨਿਮਸ। ਪ੍ਰੈਜੁਡਿਸਡ, ਇਨਵੀਡੀਅਸ ਆਪਸ 'ਚ ਵੀ ਸਿਨੋਨਿਮ ਹੋ ਸਕਦੇ ਆ ਇੱਕ ਦੂਸਰੇ ਦੇ। ਮੈਂ ਬਾਰ-ਬਾਰ ਇੱਥੇ ਤਾਂ ਨਹੀਂ ਲਿਖਿਆ ਕਿਉਂਕਿ ਫਾਲਤੂ ਦੇ ਵਿੱਚ ਉਹ ਫਿਰ ਲੰਬਾ ਕਰਨ ਦਾ ਕੋਈ ਮਤਲਬ ਨਹੀਂ ਹੈ। ਅਗਰ ਤੁਸੀਂ ਇਹਨਾਂ ਦੇ ਬੇਸਿਕ ਮੀਨਿੰਗ ਸਹੀ ਤਰੀਕੇ ਨਾਲ ਸਮਝ ਗਏ ਤਾਂ ਤੁਹਾਨੂੰ ਪਤਾ ਲੱਗ ਹੀ ਜਾਣਾ ਕਿ ਪ੍ਰੈਜੁਡਿਸਡ ਤੇ ਇਨਵੀਡੀਅਸ ਆਲਮੋਸਟ ਸਿਮਿਲਰ ਜਿਹਾ ਵਰਡ ਹੈ। ਸਟ੍ਰਿੰਜੈਂਟ, ਔਰ ਵੈਸੇ ਵੀ ਜਦੋਂ MCQs ਦੇ ਵਿੱਚ ਆਪਾਂ ਇਹਨਾਂ ਨੂੰ ਦੇਖਦੇ ਹਾਂ ਨਾ ਤੇ ਆਪਾਂ ਨੂੰ ਬੇਸਿਕ ਮੀਨਿੰਗ ਜਦੋਂ ਕਲੀਅਰ ਹੁੰਦਾ ਆ ਤਾਂ ਫਿਰ ਜਿਹੜੀ ਮੋਸਟ ਕਲੋਜ਼ ਆਪਸ਼ਨ ਹੁੰਦੀ ਹੈ ਨਾ ਉਹੀ ਚੂਜ਼ ਕਰਨੀ ਹੁੰਦੀ ਹੈ। stringent, stringent means very strict, rigid, rigorous, severe, severe the spelling ਧਿਆਨ ਨਾਲ ਰੱਖਣਾ,
ध्यान रखना ये होंगे आ। कई बार बिल्कुल सिंपल स्पैलिंग्स जोड़े आ ना वो लर्न नहीं होंगे। स्ट्रिंजेंट वैरी स्ट्रिक्ट आ, तो यदा एंटोनिम होगा लीनियंट, जो लीनियंट आ फ्लैक्सीबल आ। डिस्क्रिमिनेटरी ट्रीटिंग अनफेयरली, किसी को अनफेयर ट्रीट करना। अगेन प्रेजुडिस्ड इनवीडियस वर्गा ही है वर्ड। बाइज्ड प्रेजुडिस्ड, देखो प्रेजुडिस्ड इतने लिख ही दिता वैसे मैं पार्शियल, क्योंकि ये बहुत ज़्यादा सेम है। प्रेजुडिस्ड डिस्क्रिमिनेटरी बहुत सेम है। इक्वल तो फेयर, ਇਹਦਾ मतलब इंपार्शियल भी इतने आ सकता है, ठीक है, और इक्वल इतने भी आ सकता प्रेजुडिस ਦੇ ਵਿੱਚ। नैक्सट इज इंडिग्नेशन, एंगर एट इनजस्टिस, किसी नाल कोई नाइंसाफी हो रही है उत्ते गुस्सा जिहड़ा आ रहा वो इंडिग्नेशन आ। आउटरेज आ, एंगर आ, स्पलीन। ओके सो स्पलीन वर्ब या एडजैक्टिव इंडिग्नेशन आ, एंगर आ। पर जे तुसीं थोड़ी बहुत बायोलॉजी जानते हैं तो ह्यूमन बॉडी के एक ग्लैंड होंगी आई गैस, हाँ ग्लैंड ही होंगी है, उन्होंने भी स्पलीन कहने हैं आप। तो नाउन वो ग्लैंड हो गई, पर जे एडजैक्टिव आ तो स्पलीन का मतलब हैगा आ एंगर, आउटरेज। तो स्पलीन के दो मीनिंग हो गए। यदा उलट की होएगा, जे तुहानूं किसी चीज़ से एंगर आ, आउटरेज आ, ਉਹਦਾ ਉਲਟ ਕੀ ਆ, ਜੇ ਆਊਟਰੇਜ ਨਹੀਂ ਹੈਗਾ ਤਾਂ ਉਹ ਸੈਟਿਸਫੈਕਸ਼ਨ ਆ, ਕੰਟੈਂਟਮੈਂਟ ਆ ਮੀਨ ਸੰਤੁਸ਼ਟੀ ਆ। ਰਿਸੈਂਟਮੈਂਟ, ਰਿਸੈਂਟਮੈਂਟ ਵੀ ਇੰਡੀਗਨੇਸ਼ਨ ਵਰਗਾ ਹੀ ਆ ਦੇਖ ਲਓ, ਇੰਡੀਗਨੇਸ਼ਨ ਵਰਗਾ ਕਿ ਇੰਡੀਗਨੇਸ਼ਨ ਹੀ ਆ। ਬਿਟਰ ਐਂਗਰ, ਬੜਾ ਭਾਰੀ ਗੁੱਸਾ ਜਿਹਨੂੰ ਆਪਾਂ ਕਹਿੰਦੇ ਆ। ਬਿਟਰਨੈਸ, ਹੋਸਟਿਲਿਟੀ, ਐਂਟੀਪੈਥੀ, ਐਂਟੀਪੈਥੀ ਯਾਦ ਰੱਖਣਾ। ਇੰਡੀਗਨੇਸ਼ਨ, ਇੰਡੀਗਨੇਸ਼ਨ ਤਾਂ ਆਈ ਗੈਸ ਤੁਹਾਨੂੰ ਹੁਣ ਤੱਕ ਰੱਟ ਜਾਣਾ ਚਾਹੀਦਾ। ਇਹਦਾ ਉਲਟ ਕੀ ਆ, ਗੁੱਡਵਿਲ, फ्रेंडलीनैस, कंटेंटमेंट। जे तुहानूं किसी ते रिसेंटमेंट आ तो जिहदे ते नहीं हैगी उत्थे कंटेंटमेंट आ, तुसीं मीनस तुसीं सैटिस्फाइड आ, खुश आ, ठीक है, संतुष्ट आ। तो इस तरीके नाल एंटोनिम सिनोनिम जिहड़े आ वो ध्यान रखना इन्हां दा। इमैंसिपेशन, फ्रीडम फ्रॉम कंट्रोल, लिबरेशन, फ्रीडम, स्लेवरी, इंप्रिजनमेंट, ओप्रैशन। जे इमैंसिपेशन फ्रीडम आ तो ओप्रैशन उहदा ओप्रैशन, ओपरेशन नहीं ओप्रैशन जिहड़ा आ उहदा एंटोनिम हो गया। पोटेंट, पोजैसिंग स्ट्रेंथ, जिहदे स्ट्रेंथ होवे। पावरफुल, इन्फ्लुएंशियल, स्ट्रोंग, ये हो गए इहदे सिनोनिम्स। एंटोनिम्स की हो गए, वीक, इंपोटेंट, फ्रजाइल। फ्रजाइल इंपॉर्टेंट आ, देखो आई एम इम ये ना एक एंटोनिम बनाउण दे लई, ऑपोजिट वर्ड बनाउण दे लई सफिक्स लाए आ, सॉरी प्रीफिक्स लाए आ। पोटेंट के अगे इम लाता, इंपोटेंट उहदा एंटोनिम बन गया। प्रोवोकेटिव, कॉजिंग स्ट्रोंग रिएक्शन, कुछ इदां दी चीज़ जिहड़ी प्रोवोक कर दे, स्ट्रोंग रिएक्शन का कारण बन जाए। इन्फ्लेमेटरी, जिहड़ी भड़का दे किसी चीज़ नूं। इंस्टिगेट करे, उकसावे, इंसाइटिंग, प्रोवोकिंग, ये सारे वर्ड सेम आ। इस तो उल्ट की होएगा, कामिंग, रिप्रैस कर दे, दबा दे, डिस्करेज कर दे, रोक दे किसी चीज़ को, वो की हो गई एंटोनिम ऑफ प्रोवोकेटिव। क्लैंडस्टाइन, क्लैंडस्टाइन हुंदा आ सीक्रेट, कोवर्ट, कोवर्ट याद रखना, सीक्रेट, कोवर्ट। प्राइवेट, कंसील्ड, कंसील करना किसी चीज़ को, बंद कर देना, छुपा देना। एंटोनिम की हो गया, ओपन, एविडेंट आ, ब्लैटेंट आ। क्लैंडस्टाइन दा ऑपोजिट हो गया। डिसैमिनेटिंग, वाइडली स्प्रैड करना किसी चीज़ को, स्प्रैडिंग वाइडली, सर्कुलेट करना, प्रोपिगेटिंग कर देना, उहदा उल्ट हो गया कंसील या हाइड कर देना। प्रोपेगेंडा, बाइस्ड इन्फॉर्मेशन होंदी है, इस करके मैं क्या सी कॉन्टैक्स में समझो, सीधा प्रोपेगेंडा पढ़ोगे इदां रट्टा मार लोगे तो फिर बाद चो जो कभी टैक्स के पढ़ोगे ना लगेगा कि अच्छा ये प्रोपेगेंडा भी सी, इहदा मतलब गदर पार्टी जिहड़ी आ फॉल्स इन्फॉर्मेशन वो करती होंदी सी। नो इट इज़ नॉट दैट, मैं तुहानूं उत्थे समझाता बाइस्ड इन्फॉर्मेशन का की चक्कर आ। चलो प्रोपेगेंडा बाइस्ड इन्फॉर्मेशन आ, पब्लिसिटी, ब्रेन वॉशिंग, हाइप, ये सिनोनिम हो गए। और यदा एंटोनिम हो गया ट्रुथ, फैक्ट्स, एविडेंस। जील, जील का मतलब है ग्रेट एंथुजियाज्म। पैशन, फर्वर, फर्वर वर्ड जो पैशन के लिए, इंटरस्ट के लिए यूज होंदा, याद रखियो। एपैथी, जिथे तुहानूं बिल्कुल इंटरस्ट ही ना होवे उत्थे एपैथी होंदी है। लेजीनेस, डिसइंटरस्ट।
इंटेंसीफाइड, बिकम स्ट्रोंगर, इंटेंसीफाई कर देना किस चीज़ को, बहुत ज़्यादा स्ट्रोंग कर देना, स्ट्रेंथन करना, एस्केलेट कर देना, वीक कर देना, रिड्यूस कर देना, वो एंटोनिम हो गए। कैटलिस्ट, समथिंग कॉजिंग चेंज, जो कोई चीज़ ना चीज़ जी चेंज ਨੂੰ कॉज करे, मतलब चेंज का कारण बने, वो की हो गई कैटलिस्ट हो गई। ट्रिगर, स्टिमुलस, वैसे साइंस भी एक आता है ना जोड़ा कैमिकल रिएक्शनस कैटलिस्ट होंदा है एक, वो कॉन्टैक्ट भी करके देख लो, इसका मीनिंग इस तरह का ही बनना, पर ये जनरल वोकैबलरी मीनिंग है। ट्रिगर करना, स्टिमुलस करना, अगर किसी चीज़ को ट्रिगर नहीं किया जा रहा तो उन्होंने की किया जा रहा, ऑब्सटैकल, उन्होंने रोकया जा रहा। हिंड्रेंस, हिंड्रेंस भी रोकण का एक मेन वर्ड है, तो कैटलिस्ट का ऑपोजिट हो गया ऑब्सटेकल, हिंड्रेंस। नेक्स्ट, ऑर्केस्ट्रेट, ऑर्गेनाइज केयरफुली, केयरफुली ऑर्गेनाइज करना, कोऑर्डिनेट करना, अरेंज करना। जो केयरफुली ऑर्गेनाइज नहीं करोगे तो उन्होंने की करोगे, डिस्टरप्ट, विच उलट पुलट, डिसऑर्डर वर्गी चीज़, डिसऑर्गेनाइज करना। इंसरजेंसी, आर्म्ड रिबिलियन या रिवोल्ट, अपराइजिंग, म्यूटनी, ये सारे ये सिनोनिम आ। पीस, सबमिशन, कोवर्डिस। देखो जे रिवोल्ट नहीं है, इंसरजेंसी नहीं है, तब पीस, पीस ते कोवर्डिस, ऑल्दो ये आपस च सिमिलर नहीं है, पर रिवोल्ट दे सेंस दे विच, हुण रिवोल्ट जिस भी सेंस च वरत्या जाऊगा वो अकॉर्डिंग या तो पीस वरत्या जाऊगा या फिर कोवर्डिस, कायरता मीनस, ठीक है। इनसाइट, एनकरेज वायलेंस और एक्शन, इनसाइट करना, किसी को इनकरेज करना वायलेंस के लिए, एक्शन के लिए। प्रोवोक करना, स्टिमुलेट करना, इसका उल्ट डिस्करेज करना या रिस्ट्रेन, रिस्ट्रेन होंदा ना रोकना किसी को। ड्रैकोनियन, एक्सट्रीमली हार्श, सीवियर, स्ट्रिक्ट, स्ट्रिंजेंट, स्ट्रिक्ट स्ट्रिंजेंट वर्ड तुसीं पहला भी कर चुके हैं, वो ड्रैकोनियन होर ऐड कर लियो। माइल्ड, लीनियंट, एंटोनिम्स हो गए। रिप्रैशन, फोर्सफुल कंट्रोल करना किसी को, ऑप्रेस करना, सबजुगेशन, सप्रैशन, ये सारे सिनोनिम हो गए। एंटोनिम की आ फ्रीडम या लिबर्टी या आज़ादी आ, ये सारे ये एंटोनिम हो गए रिप्रैशन दे। एक्सटेंसिव, एक्सटेंसिव होंदा लार्ज स्केल ते। वाइड स्प्रैड, प्रिवेलेंट, प्रिवेलेंट होंदा जिहड़ा बहुत ज़्यादा प्रचलित होवे, तो इहदा एंटोनिम हो गया लिमिटेड, एक्सक्लूसिव। एक्सक्लूसिव होंदा ना जिद्दां हुण किसी चीज़ दा एक्सक्लूसिव एडिशन आपां कहने आ, मीनस बहुत थोड़ा जिहा, बहुत घट, नॉट वाइड स्प्रैड, नॉट अ प्रिवेलेंट, जस्ट एक्सक्लूसिव। सर्वेलेंस, सर्वेलेंस का मतलब होंदा क्लोज मॉनिटरिंग करनी, ध्यान नाल किसी दी निगरानी करनी, उहदी स्क्रूटनी करनी, इन्वेस्टिगेट करना। ऑब्जरवेशन, स्क्रूटनी, ये हो गए ये सिनोनिम्स। एंटोनिम की है इग्नोरेंस, नेगलीजेंस, या तो इग्नोर कर देना किसी को, कोई ध्यान नाल इन्वेस्टिगेट नहीं करना तो इग्नोर करना हो गया। नेगलीजेंस या लापरवाही के नाल देखना कि ठीक है तो है, नहीं तो नहीं, तो क्लोज मॉनिटरिंग का उल्ट हो गया नेगलीजेंस। इनफेमस, पहला भी किया होया नोटोरियस, फेमस फॉर बैड रीजन, रिस्पैक्टेड इहदा एंटोनिम है। मार्टरडम, सैक्रीफाइस फॉर अ कॉज, किसी कारण के लिए, किसी वड्डे एक कॉज के लिए सैक्रीफाइस कर देना, तो सैक्रीफाइस ही है इहदा सिनोनिम। सरैंडर या सैल्फिशनैस, या तो सरैंडर कर देना या सैल्फिशनैस, ये वर्ड यूज होंगे सेंस के अकॉर्डिंग। एग्जीक्यूटिड, एग्जीक्यूट करना, पुट टू डेथ लीगली, ये सिर्फ मीनिंग इत्थे दे अकॉर्डिंग लिखा है जिथे वर्ड यूज होया, अदरवाइज एग्जीक्यूट मीनस किसी चीज़ को अपलाई करना भी होंदा है। पुट टू डेथ लीगली, किल्ड, असैसिनेट, पार्डनड, माफ कर देना किसी को, एंटोनिम हो गया। सिडिशियस, अगेंस्ट द गवर्नमेंट। रिबिलियस, सबवर्सिव, सबवर्सिव वर्ड जो रिबिलियन के नाल दा याद रखियो। सिडिशियस। लॉयल, लॉ अबाइडिंग, लॉ अबाइडिंग होंदा मतलब लॉ नू फॉलो करन वाला। सबड्यूड, कंट्रोल्ड और सप्रैस्ड। क्रश्ड, रिस्ट्रेन, रिस्ट्रेन मीनस रोकना, तो सबड्यूड किसी को रोकना, कंट्रोल करना। इस तो उल्ट एनकरेज करना, किसी को फेवर करना, वो हो गया एंटोनिम सबड्यूड। सैमिनल, वेरी इन्फ्लुएंशियल, ग्राउंड ब्रेकिंग, इनोवेटिव, क्रूशल, और जे कोई चीज़ क्रूशल या इंपॉर्टेंट या तो वह उलट होएगा इनसिग्निफिकेंट, इररेलेवेंट। रिलेंटलेस, नैवर स्टॉपिंग, आप कहते ना रिलेंटलेस एफर्ट्स मीनस नेवर स्टॉपिंग एफर्ट्स, परसिस्टेंट, स्टेडी, डिटरमिन्ड। और एंटोनिम्स हो गए लीनियंट, सबमिसिव, वीक,
परसिक्यूशन, परसिक्यूशन होंदी है हार्श ट्रीटमेंट, परसिक्यूट करना किसी नूं, ओप्रैस करना, पनिशमेंट देनी। इस दे उलट किसी नूं प्रोटैक्ट करना, रिलीफ देनी, सपोर्ट करना, वो परसिक्यूशन दा ऑपोजिट हो गया। माउंटेड, माउंट होंदा ऑर्गेनाइज करना, लॉन्च कर देना किसी चीज़ नूं, मीनस इनिशिएट कर देना, सैटअप कर देना, प्रोड्यूस करना। और हॉल्टेड, हॉल्ट मीनस रोकना, कंसील उन्होंने छुपा देना। तो रोकना या छुपा देना या सप्रेस कर देना, ये सारे माउंटेड दे ऑपोजिट हो गए। कंसर्टेड, कंसर्ट मीनस डन टुगैदर इन ऑर्गेनाइज्ड वे। देखो कॉन्सर्ट ਦੇ ਵਿੱਚ ਵੀ ਇਦਾਂ ਹੀ ਹੁੰਦਾ ਨਾ, ਕੌਨਸਰਟ ਜਿਹੜਾ ਨੋਰਮਲੀ ਤੁਸੀਂ ਦੇਖਦੇ ਕੋਈ ਸਿੰਗਰ ਦਾ ਕੌਨਸਰਟ ਆ, ਉਹਦੇ 'ਚ ਕੀ ਸਿੰਗਰ ਹੁੰਦਾ, ਮਿਊਜ਼ੀਸ਼ੀਅਨਸ ਹੁੰਦੇ ਆ, ਉਹ ਸਾਰੇ ਆਰਗੇਨਾਈਜ਼ ਹੁੰਦੇ ਆ ਨਾ, ਕਿਉਂਕਿ ਲਾਈਵ ਪਰਫਾਰਮੈਂਸਿਸ ਹੁੰਦੀਆਂ ਆ, ਦੇ ਡੂ ਟੁਗੈਦਰ ਇਨ ਆਰਗੇਨਾਈਜ਼ਡ ਵੇ। ਸੋ ਕੌਨਸਰਟਡ ਇਜ਼ ਸਮਥਿੰਗ that is done together in organized way। ਕੋਆਰਡੀਨੇਟਡ, ਆਰਗੇਨਾਈਜ਼ਡ ਦੇ ਸਿਨੋਨਿਮਸ ਹੋ ਗਏ। ਅਨਪਲੈਨਡ, ਸਕੈਟਰਡ, ਸਕੈਟਰਡ ਹੁੰਦਾ ਇੱਧਰ ਉੱਧਰ ਬਿਖਰਿਆ ਹੋਇਆ, ਹੋ ਗਏ ਇਹਦੇ ਐਂਟੋਨਿਮਸ। ਡਿਫੈਂਟ, ਡਿਫੈਂਟ ਜਿਹੜਾ ਆ ਉਹਦਾ ਮਤਲਬ ਆ ਓਪਨਲੀ ਰੈਜ਼ਿਸਟਿੰਗ, ਖੁੱਲ੍ਹੇਆਮ ਕਿਸੇ ਨੂੰ ਵਿਰੋਧ ਕਰਨਾ, ਮੀਨਸ ਰਿਬੇਲੀਅਸ ਕਰਨਾ, ਰਿਬੇਲੀਅਨ ਕਰਨਾ, ਰਿਬੇਲੀਅਸ ਹੋਣਾ। ਡਿਸਓਬੀਡੀਐਂਟ ਹੋਣਾ। ਓਬੀਡੀਐਂਟ, ਸਬਮਿਸਿਵ ਮੀਨਸ ਕਿਸੇ ਦੀ ਅਧੀਨਤਾ ਸਵੀਕਾਰ ਕਰ ਲੈਣਾ, ਜਾਂ ਫਿਰ ਓਬੀਡੀਐਂਟ। ਦੇਖੋ ਇਹ ਅਗੇਨ ਦੋਨੋਂ ਓਬੀਡੀਐਂਟ, ਓਬੀਡੀਐਂਟ ਹੋਣਾ ਗਲਤ ਨਹੀਂ, ਕਈ ਕੇਸਿਸ ਦੇ ਵਿੱਚ ਜਿਹੜਾ ਹੁਣ ਜਿਹੜਾ ਕਿਸੇ ਦੀ ਅਧੀਨਤਾ ਸਵੀਕਾਰ ਕਰ ਲੈਣਾ ਮੀਨਸ ਕੋਵਰਡ ਹੋਣਾ, ਉਹ ਥੋੜਾ ਨੈਗੇਟਿਵ ਵਰਡ ਆ। ਪਰ ਓਬੀਡੀਐਂਟ ਮੀਨਸ ਕਿ ਠੀਕ ਆ, ਆਗਿਆਕਾਰੀ ਹੋਣਾ, ਉਹ ਪੋਜ਼ਿਟਿਵ ਵਰਡ ਆ। ਤਾਂ ਇਸ ਕਰਕੇ ਅਗਰ ਇਹ ਦੋਨੋਂ ਇਕੱਠੇ ਲਿਖੇ ਹੋਏ ਤਾਂ ਮਤਲਬ ਇਹ ਨਹੀਂ ਵਰਡ ਦੋਨੋਂ ਸੇਮ ਹੀ ਹੋਣਗੇ, ਇੰਟਰਚੇਂਜਬਲੀ ਯੂਜ਼ ਹੋ ਜਾਣਗੇ, ਇੱਦਾਂ ਨਹੀਂ ਹੋਏਗਾ। ਰਿਜ਼ੀਲੀਅੰਸ, ਰਿਜ਼ੀਲੀਅੰਸ ਹੁੰਦੀ ਆ ਐਬਿਲਿਟੀ ਟੂ ਰਿਕਵਰ, ਕਿਸੇ ਬਿਮਾਰੀ ਤੋਂ, ਕਿਸੇ ਮੈਂਟਲ ਇਲਨੈਸ ਤੋਂ, ਕਿਸੇ ਸਿਚੁਏਸ਼ਨ ਤੋਂ। ਐਬਿਲਿਟੀ ਹੈ ਨਾ ਜਿਹੜੀ ਰਿਕਵਰ ਹੋਣ ਦੀ, ਉਹਨੂੰ ਅਸੀਂ ਰਿਕਵਰ ਹੋਣ ਦੀ ਜਿਹੜੀ ਐਬਿਲਿਟੀ ਆ ਉਹਨੂੰ ਅਸੀਂ ਰਿਜ਼ੀਲੀਅੰਸ ਕਹਿੰਦੇ ਆ। ਇਹਨੂੰ ਟਫਨੈਸ ਜਾਂ ਡਿਟਰਮੀਨੇਸ਼ਨ ਕਹਿ ਸਕਦੇ ਹਾਂ। ਵੀਕਨੈਸ ਜਾਂ ਫੈਟਲਿਜ਼ਮ, ਫੈਟਲਿਜ਼ਮ ਇਜ਼ ਇੰਪੋਰਟੈਂਟ। ਫੈਟਲਿਜ਼ਮ ਮੀਨਸ ਕਿਸੇ ਚੀਜ਼ ਵੀਕਨੈਸ ਕਰਕੇ ਕਿਸੇ ਚੀਜ਼ ਤੋਂ ਹਾਰ ਜਾਣਾ, ਫੈਟਲਿਜ਼ਮ। ਰਿਜ਼ੀਲੀਅੰਸ ਦੇ ਐਂਟੋਨਿਮਸ ਹੋ ਗਏ। ਟੈਨਾਸਿਟੀ, ਟੈਨਾਸਿਟੀ ਮੀਨਸ ਡਿਟਰਮੀਨੇਸ਼ਨ, ਰਿਜ਼ੀਲੀਅੰਸ ਵਰਗਾ ਹੀ ਵਰਡ ਹੈ। ਪਰਸਿਸਟੈਂਸ, ਗ੍ਰਿਟ, ਗ੍ਰਿਟ ਇੱਕ ਇੰਪੋਰਟੈਂਟ ਆ। ਲੇਜ਼ੀਨੈਸ, ਇਨਡਿਸੀਜਨ, ਇਹਦੇ ਐਂਟੋਨਿਮਸ ਹੋ ਗਏ। ਅਨਵੇਵਰਿੰਗ, ਫਰਮ ਐਂਡ ਸਟੈਡੀ। रेजोल्यूट, परसिस्टेंट ਇਹਦੇ ਸਿਨੋਨਿਮਸ ਆ। ਅਨਸਰਟਨ, ਚੇਂਜਿੰਗ, ਡੇਵੀਏਟਿੰਗ, ਡੇਵੀਏਟ ਇੱਧਰ ਉੱਧਰ ਮੀਨਸ ਹੋ ਜਾਣਾ, ਇਹ ਹੋ ਗਏ ਐਂਟੋਨਿਮਸ। ਵਿੰਡੀਕੇਟਡ, ਪ੍ਰੂਵਨ ਰਾਈਟ, ਵਿੰਡੀਕੇਟ ਮੀਨਸ ਰਾਈਟ ਪ੍ਰੂਵ ਹੋਣਾ, ਰਾਈਟ ਪ੍ਰੂਵ ਕਰਨਾ। ਜਸਟੀਫਾਈਡ ਆ ਜਿਹੜੀ ਚੀਜ਼, ਵੈਲੀਡੇਟਡ ਆ। ਜਿਹੜੀ ਡਿਸਅਪਰੂਵਡ ਆ, ਕੰਡੈਮਡ ਆ, ਕੰਡੈਮ ਮੀਨਸ ਜਿਹੜੀ ਡਿਸਅਪਰੂਵ ਆ। ਇਹ ਦੋਨੇ ਸੇਮ ਆ ਆਲਮੋਸਟ, ਇਹਨਾਂ ਨੂੰ ਧਿਆਨ ਰੱਖਿਓ। ਵਿੰਡੀਕੇਟਡ ਦਾ ਉਲਟ ਹੋ ਗਿਆ ਕੰਡੈਮ ਕਰਨਾ, ਕਿਸੇ ਚੀਜ਼ ਨੂੰ ਨਕਾਰ ਦੇਣਾ, ਡਿਸਅਪਰੂਵ ਕਰ ਦੇਣਾ। ਐਸਪੀਰੇਸ਼ਨਲ, ਰਿਲੇਟਡ ਟੂ ਐਂਬੀਸ਼ੀਅਸ, ਐਂਬੀਸ਼ਨ ਦੇ ਨਾਲ ਰਿਲੇਟਡ ਵਰਡ ਹੈ ਐਸਪੀਰੇਸ਼ਨਲ। ਐਂਬੀਸ਼ੀਅਸ, ਐਸਪਾਇਰਿੰਗ, ਮੋਟੀਵੇਟਡ, ਇਹਦਾ ਉਲਟ ਹੋਏਗਾ ਏਮਲੈਸ ਆ, ਅਨਐਂਬੀਸ਼ੀਅਸ ਆ, ਲੇਜ਼ੀ ਆ। ਸੈਕਰੋਸੈਂਕਟ, ਐਕਸਟ੍ਰੀਮਲੀ ਸੇਕਰਡ। ਇਨਵਾਇਬਲ, ਵਾਇਓਲੇਟ ਹੁੰਦਾ ਨਾ, ਵਾਇਓਲੇਟ ਕਰਨਾ ਵਰਡ। ਇਨਵਾਇਓਲੇਬਲ ਮੀਨਸ ਜਿਹੜਾ ਵਾਇਓਲੇਟ ਨਾ ਕੀਤਾ ਜਾ ਸਕੇ। ਸੇਕਰਡ, ਪਵਿੱਤਰ। ਅਨਇੰਪੀਚੇਬਲ, ਇੰਪੀਚ ਹੁੰਦਾ ਨਾ ਭੰਗ ਕਰਨਾ, ਜਿਹੜਾ ਭੰਗ ਨਾ ਕੀਤਾ ਜਾ ਸਕੇ। ਆਰਡੀਨਰੀ ਤੇ ਬ੍ਰੇਕੇਬਲ, ਆਮ ਜਿਹਾ ਕੁਛ ਐਡੀ ਖਾਸ ਗੱਲ ਨਹੀਂ ਜਿਹਦੇ 'ਚ, ਉਹ ਸੈਕਰੋਸੈਂਕਟ ਦਾ ਆਪੋਜ਼ਿਟ ਹੋ ਗਿਆ। ਦੇਖੋ ਵਰਡਸ ਜਿਹੜੇ ਆ ਨਾ ਬਹੁਤ ਸਾਰੇ ਆਪਸ 'ਚ ਇੱਕ ਦੂਸਰੇ ਨਾਲ ਰਿਪੀਟ ਹੁੰਦੇ ਆ, ਉਹ ਇਸੇ ਕਰਕੇ ਰਿਪੀਟ ਹੁੰਦੇ ਆ ਕਿਉਂਕਿ ਆਪਾਂ ਸੇਮ ਕੌਨਟੈਕਸਟ ਦੇ ਵਿੱਚ ਪੜ੍ਹ ਰਹੇ ਹਾਂ ਚੀਜ਼। ਜਦੋਂ ਥੋੜ੍ਹਾ ਜਿਹਾ ਕੋਈ ਅਲੱਗ ਟੌਪਿਕ ਲਵਾਂਗੇ ਨਾ ਉਹਦੇ ਵਿੱਚ ਅਲੱਗ ਤਰ੍ਹਾਂ ਦੇ ਵਰਡ, ਪਿਛਲੇ ਲੈਸਨ ਤੇ ਇਸ ਲੈਸਨ 'ਚ। ਔਰ ਹੁਣ ਤੁਸੀਂ ਨਾ ਆਪ ਕਾਊਂਟ ਕਰਕੇ ਦੇਖਿਓ ਕਿ ਤੁਸੀਂ ਕਿੰਨੇ ਕੁ ਨਵੇਂ ਵਰਡਸ ਸਿੱਖ ਲਏ ਆ, ਠੀਕ ਹੈ। ਆਈ ਗੈਸ 1 ਆਵਰ ਦਾ ਇਹ ਲੈਕਚਰ ਹੋ ਗਿਆ, ਔਰ ਇਸ ਤੋਂ ਪਹਿਲਾਂ ਵਾਲਾ 45 ਜਾਂ 50 ਮਿੰਟਸ ਦਾ ਸੀਗਾ। ਤਾਂ ਆਲਮੋਸਟ 2 ਆਵਰਸ ਦੇ ਵਿੱਚ ਤੁਸੀਂ ਕਿੰਨੇ ਨਵੇਂ ਵਰਡਸ ਸਿੱਖੇ ਆ। ਔਰ ਤੁਹਾਨੂੰ ਦੁਬਾਰਾ ਇਹਨਾਂ ਨੂੰ ਬਹੁਤ ਜ਼ਿਆਦਾ ਰੱਟੇ ਲਗਾਉਣ ਦੀ ਲੋੜ ਨਹੀਂ, ਨੋ ਡਾਊਟ ਤੁਹਾਨੂੰ ਰੀਡ ਕਰਨੇ ਪੈਣਗੇ। ਹੁਣ ਜਿਸ ਤਰ੍ਹਾਂ ਇਹ ਜਿੰਨੇ ਵਰਡਸ ਹੈ ਨਾ, ਇਹਨਾਂ ਨੂੰ ਮੈਂ ਇੱਕ ਫਾਈਲ ਅਪਲੋਡ ਕਰੂੰਗੀ ਇਸ ਚੈਨਲ 'ਤੇ, ਠੀਕ ਹੈ। ਇਸ ਚੈਨਲ 'ਤੇ ਨਾ ਫਾਈਲ ਅਪਲੋਡ ਕਰੂੰਗੀ ਜਿਹਦੇ ਵਿੱਚ ਸਾਰੇ ਵਰਡਸ ਲਿਸਟ ਦੇ ਫਾਰਮ ਦੇ ਵਿੱਚ ਹੋਣਗੇ। ਪਹਿਲੇ ਤੁਸੀਂ ਕੌਨਟੈਕਸਟ ਵਿੱਚ ਸਮਝ ਲਓਗੇ, ਬਾਅਦ 'ਚ ਉਹਨਾਂ ਨੂੰ 1-2 ਵਾਰੀ ਰਿਵਾਈਜ਼ ਕਰ ਲਓਗੇ। ਇਸੇ ਚੈਨਲ ਦੇ ਵਿੱਚ ਮੈਂ ਕੁਛ ਕੁਇਜ਼ ਵੀ ਪਾਊਂਗੀ ਇਹਨਾਂ ਵਰਡਸ ਦੇ ਬੇਸ 'ਤੇ,
तो थोड़ी बहुत थोड़ी प्रैक्टिस भी हो जाऊगी। वोकैबलरी इज़ ऑल सैट फॉर एग्जाम, नॉट ओनली फॉर एग्जाम। ਤੁਸੀਂ ਫੀਲ ਕਰੋਗੇ ਕਿ ਇਵੈਂਚੁਅਲੀ ਨਾ ਥੋੜਾ ਲੈਵਲ ਆਫ ਵੋਕੈਬਲਰੀ ਜਿਹੜਾ, ਦੇਖੋ ਵੋਕੈਬਲਰੀ ਨਾ ਇੱਕ ਸਾਡਾ ਕਲੈਕਸ਼ਨ ਹੁੰਦੀ ਆ ਸਾਡੇ ਮਾਈਂਡ ਦੇ ਵਿੱਚ, ਕਿੰਨੇ ਕੁ ਵਰਡਸ ਕਲੈਕਟ ਹੋ ਗਏ ਆ, ਔਰ ਇਹ ਜਿਹੜਾ ਆ ਨਾ ਕਲੈਕਸ਼ਨ ਇਹ ਹੌਲੀ 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 ਇੰਪਰੂਵ ਹੁੰਦੀ ਆ ਹਮੇਸ਼ਾ ਕੰਟੈਕਚੁਅਲ ਲਰਨਿੰਗ ਦੇ ਨਾਲ। ਠੀਕ ਹੈ, ਜਦੋਂ ਤੁਹਾਡਾ ਇੱਕ ਅੱਛੀ ਕਲੈਕਸ਼ਨ ਤੁਹਾਡੇ ਮਾਈਂਡ ਦੇ ਵਿੱਚ, ਸਬਕੌਂਸ਼ੀਅਸ ਮਾਈਂਡ ਦੇ ਵਿੱਚ ਹੋ ਗਈ ਨਾ, ਇੱਕ ਅੱਛੇ ਵਰਡਸ ਦਾ ਭੰਡਾਰ ਤੁਹਾਡੇ ਦਿਮਾਗ 'ਚ ਇਕੱਠਾ ਹੋ ਗਿਆ, ਫਿਰ ਤੁਸੀਂ ਆਪੇ ਫੀਲ ਕਰੋਗੇ ਕਿ ਜਿਸ ਤਰ੍ਹਾਂ ਵਰਡਸ ਆਉਣਗੇ ਨਾ, ਤੁਹਾਨੂੰ ਲੱਗੇਗਾ ਕਿ ਇਹ ਤਾਂ ਲਿਖਣ ਦੀ ਲੋੜ ਹੀ ਨਹੀਂ ਸੀ ਲਿਸਟ ਵਿੱਚ। ਠੀਕ ਹੈ, ਇਸ ਸਭ ਤੋਂ ਇਲਾਵਾ ਜਿਹੜੇ ਵਰਡਸ ਮੈਂ ਇੱਥੇ ਲਿਸਟ ਦੇ ਵਿੱਚ ਐਡ ਕਰ ਦਿੱਤੇ, ਹਾਈਲਾਈਟ ਕਰ ਦਿੱਤੇ, ਇਹਨਾਂ ਵਰਡਸ ਤੋਂ ਇਲਾਵਾ ਵੀ ਜਾਂ ਫਿਰ ਇਹਨਾਂ ਵਰਡਸ ਵਿੱਚੋਂ ਵੀ ਕੋਈ ਤੁਹਾਨੂੰ ਨਹੀਂ ਸਮਝ ਆ ਰਿਹਾ, ਤੁਹਾਨੂੰ ਕੋਈ ਕਨਫਿਊਜ਼ਨ ਹੋ ਰਹੀ ਆ, ਜਾਂ ਤਾਂ ਤੁਸੀਂ ਕਮੈਂਟ ਕਰ ਦਿਓ ਜਾਂ ਟੈਲੀਗ੍ਰਾਮ 'ਤੇ ਜਾ ਕੇ ਪੁੱਛ ਲਓ। ਠੀਕ ਹੈ, ਪਰ ਲਰਨ ਜ਼ਰੂਰ ਕਰਦੇ ਰਹੋ। ਥੈਂਕ ਯੂ ਫॉर वाचिंग।